दस देना चाहती हाँ जी भी जिहड़ी कि फौजन की जिंदगी है ना वो एक कंडियां की सेज है। जद तक असी 20 साल मैं फौज च नौकरी की तो कहता मेरी घर वाली का यह हाल होंदा सी जे तां कहंदा भी पेके जाती सी तां भरजाइयां नहीं सी टिकन दिंदियां ते जेकर सहुरे आंदी सी तां दरानियां जठानियां नहीं सी टिकन दिंदियां। ते मैं पिंड च फौजना की जिंदगी देखदी तां लोग मतलब उन्होंने ऐ समझते हैं जिद्दां ने पता नहीं कोई मतलब बहुत गलत नज़रां नाल देखदे आ। जिस टाइम वो डैड बॉडी इन्होंने फौजियों के अपने इंडिया के हत्थ लगी ना तो वो जेब के ना एक चिट्ठी लिखी हुई सी वो वाइफ की। तो वो वाइफ ने लिखा सीगा भी मेजर साहब अज अपनी भी मैरिज एनिवर्सरी है तो मैं इस तरह लाल साड़ी पा के बैठी हाँ तो मैं थोड़ी उड़ीक च हाँ मैं चाहती हाँ भी जे इस बारी नहीं तुसीं आ सके तो अगली बारी तुसीं जरूर आए। ਉਹਦਾ ਪਤੀ जिस टाइम शहीद ਹੁੰਦਾ दर्द तो उसनूं उन्ना उधरली फौजां नूं भी उन्ना ही दर्द ਹੁੰਦਾ ते इधरली फौजां नूं भी इन्ना दर्द ਹੁੰਦਾ। ਤੇ फिर जिस टाइम उन्होंने किताब पढ़ी ना वो कहते भी उन्होंने आके भाषण च कहा कहते मैं ना पटियाले तो लैके इत्थे तक तेरी कहानियां पढ़ चुकी कहते मैं रोंदा ही आया। देख फौजिया तू तो सरहद ते सिर्फ देश के दुश्मनों नाल लड़दा है पर तेरी फौजन अपने दे भेस विच फिरदे अनेका दुश्मनों नाल नित नवीं लड़ाइयां लड़दी है वो भी बगैर हथियारों तो। ते कहंदे भी तेरे च इन्नी तब्दीली किवें आई कहंदी कि मैडम मनजीत कौर दा आर्टिकल छपिया सी फौजी हुंदे रब वर्गे कहंदी इन्ना वधिया आर्टिकल सी ना कहंदी उन्हां दे नाल ही बित्या होया कहंदी मैं वो पढ़िया वो पढ़ के ना मेरा मन पसीज गया भी मैं तां ना भी मैं क्यों अपने फौजी नूं छड्ड के आई हां। जो कुड़ियां जिन्नियां मर्जी बजुर्ग हो जान वो दादियां नानियां बन जान पर जब उन्होंने अपने पेकिਆਂ ਦੀ याद आती है ना जदों अपने उलझना चों निकलदियां तो फिर उन्होंने अपने गुड्डियां पटोले भी याद आते हैं। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਹਿਤ ਦੇ ਸੰਗ ਤੇ ਅੱਜ ਸਾਹਿਤ ਦੇ ਸੰਗ ਵਿੱਚ ਜਿਸ ਲੇਖਿਕਾ ਦੇ ਨਾਲ ਜਿਸ ਸ਼ਖਸੀਅਤ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਉਣੀ ਹੈ ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਪੰਜਾਬ ਹਿੰਦੁਸਤਾਨ ਅਤੇ ਹਰ ਮੁਲਕ ਦੀਆਂ ਸਰਹੱਦਾਂ ਦੀ ਜੋ ਰਾਖੀ ਕਰ ਰਹੇ ਨੇ ਉਹਨਾਂ ਦੀ ਜ਼ਿੰਦਗੀ ਦਾ ਸਫ਼ਰ ਹੈ। ਹਰ ਮੁਲਕ ਹੈ ਜਿਹੜਾ ਆਪਣੀਆਂ ਸਰਹੱਦਾਂ ਨੂੰ ਜਦੋਂ ਕਰਦਾ ਤਾਂ ਉੱਥੇ ਕਿੰਨੀਆਂ ਕੁਰਬਾਨੀਆਂ ਦੇਣੀਆਂ ਪੈਂਦੀਆਂ। ਹਰ ਇੱਕ ਫੌਜ ਦੇ ਵਿੱਚ ਕਿੰਨੇ ਹੀ ਪੁੱਤ ਹੁੰਦੇ ਨੇ ਕਿੰਨਿਆਂ ਦੇ ਹੀ ਕਹਿ ਦਈਏ ਪਤੀ ਹੁੰਦੇ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਨਿਸ਼ਾਵਰ ਕਰ ਦਿੱਤੀ ਦੇਸ਼ ਦੀ ਰੱਖਿਆ ਦੇ ਲਈ ਪਰ ਉਹਨਾਂ ਦੇ ਨਾਲ ਨਾਲ ਉਹਨਾਂ ਦਾ ਪਰਿਵਾਰ ਵੀ ਉਹਨਾਂ ਦੇ ਜਾਣ ਪਿੱਛੋਂ ਜਾਂ ਉਹਨਾਂ ਦੀ ਜ਼ਿੰਦਗੀ ਤੋਂ ਜੋ ਸੰਤਾਪ ਹੰਢਾਉਂਦਾ ਜੋ ਜਿਵੇਂ ਉਹ ਜ਼ਿੰਦਗੀ ਬਸਰ ਕਰਦੇ ਨੇ ਤਾਂ ਉਹ ਵੀ ਕਾਬਲ ਇਹ ਗੌਰ ਹੈ। ਪੰਜਾਬ ਦੇ ਵਿੱਚ ਪੰਜਾਬ ਦੀਆਂ ਲੋਕ ਬੋਲੀਆਂ ਦੇ ਵਿੱਚ ਖਾਸ ਤੌਰ ਉੱਤੇ ਫੌਜੀਆਂ ਦੀ ਜ਼ਿੰਦਗੀ ਦੇ ਬਾਰੇ ਕਾਫੀ ਕੁਝ ਸੁਣਨ ਨੂੰ ਅਤੇ ਗਾਉਣ ਨੂੰ ਮਿਲ ਜਾਂਦਾ ਹੈ। ਗੱਲ ਇਹ ਹੈ ਵੀ ਅਕਸਰ ਪਿੰਡਾਂ ਦੇ ਵਿੱਚ ਇੱਕ ਤਖੱਲਸ ਲੱਗ ਜਾਂਦਾ ਹੈ ਕਿ ਜੇਕਰ ਕੋਈ ਪਟਵਾਰੀ ਹੈ ਤਾਂ ਉਹਦੀ ਘਰ ਵਾਲੀ ਦਾ ਨਾਂ ਜਿਹੜਾ ਉਹ ਪਟਵਾਰਨ ਦੇ ਤੌਰ 'ਤੇ ਸਾਹਮਣੇ ਆਉਂਦਾ ਜੇਕਰ ਕੋਈ ਫੌਜੀ ਹੈ ਤਾਂ ਉਸਦੀ ਘਰ ਵਾਲੀ ਉਹਨੂੰ ਫੌਜਣ ਕਿਹਾ ਜਾਂਦਾ। ਪਰ ਇਹਨਾਂ ਦੀ ਜ਼ਿੰਦਗੀ ਦੀ ਜਦੋਂ ਗੱਲ ਕਰਦੇ ਹਾਂ ਤਾਂ ਬਹੁਤ ਘੱਟ ਜਿਹੜਾ ਇਸ ਸੰਬੰਧੀ ਲਿਖਿਆ ਗਿਆ। ਸੋ ਅੱਜ ਜੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੇ ਲੇਖਕਾਂ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਉਹਨਾਂ ਦੀਆਂ ਫੌਜਣਾਂ ਦੀ ਜ਼ਿੰਦਗੀ ਉੱਤੇ ਕਾਫੀ ਕੁਝ ਲਿਖਿਆ। ਮੈਂ ਗੱਲ ਕਰ ਰਿਹਾ ਮਨਜੀਤ ਕੌਰ ਮੀਤ ਜੀ ਉਹਨਾਂ ਦੀ ਹੁਣ ਤੱਕ 3 ਕਿਤਾਬਾਂ ਉਹਨਾਂ ਦੀਆਂ ਆ ਚੁੱਕੀਆਂ ਨੇ। ਪਹਿਲੀ ਕਿਤਾਬ ਉਹਨਾਂ ਦੀ ਖੁਦ ਦੀ ਜ਼ਿੰਦਗੀ ਹੈ ਉਹਨਾਂ ਨਾਲ ਸੰਬੰਧਿਤ ਹੈ ਅਤੇ ਨਾਲ ਦੀ ਨਾਲ ਉਹਨਾਂ ਨੇ ਉਹਨਾਂ ਫੌਜਣਾਂ ਦੇ ਦਰਦ ਨੂੰ ਬਿਆਨ ਕੀਤਾ ਜਿਨ੍ਹਾਂ ਦੇ ਪਤੀ ਸਰਹੱਦਾਂ 'ਤੇ ਰੱਖਿਆ ਕਰਦੇ ਹੋਏ ਜਾਂ ਤਾਂ ਉਹ ਪਰਿਵਾਰ ਨੂੰ ਸਮਾਂ ਘੱਟ ਦੇ ਪਾਉਂਦੇ ਨੇ ਜਾਂ ਇਸ ਜ਼ਿੰਦਗੀ ਤੋਂ ਰੁਖਸਤ ਹੋ ਗਏ। ਸੋ ਉਹਨਾਂ ਦੀ ਗੱਲ ਕੀਤੀ ਹੈ। ਸੋ ਉਹਨਾਂ ਦੀਆਂ ਹੋਰ ਕਿਤਾਬਾਂ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਉਹਦਾ ਸਵਾਗਤ ਕਰ ਲੈਣਾ ਪ੍ਰੋਗਰਾਮ ਸਾਹਿਤ ਸੰਗ ਵਿੱਚ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੇ ਸਵਾਗਤ ਕਰਦੇ ਪ੍ਰੋਗਰਾਮ ਸਾਹਿਤ ਦੇ ਸੰਗ ਵਿੱਚ ਜੀ। ਅਤੇ ਮੈਮ ਤੁਸੀਂ ਜਿਹੜੀਆਂ ਤੁਹਾਡੀਆਂ ਕਿਤਾਬਾਂ ਨੇ ਉਹ ਜਿਹੜੀ ਫੌਜ ਨਾਲ ਸੰਬੰਧਿਤ ਜ਼ਿੰਦਗੀ ਹੈ ਉਹਦੇ ਨਾਲ ਸੰਬੰਧਿਤ ਨੇ ਕਿਉਂਕਿ ਤੁਹਾਡਾ ਵਿਆਹ ਹੈ ਜਿਹੜਾ ਉਹ ਕਹਿੰਦੀ ਇੱਕ ਫੌਜੀ ਨਾਲ ਹੋਇਆ ਤੇ ਉਹ ਤੋਂ ਬਾਅਦ ਤੁਹਾਨੂੰ ਜਿਹੜਾ ਨਾਮ ਮਿਲ ਗਿਆ ਉਹ ਫੌਜਣ ਦਾ ਮਿਲ ਗਿਆ। ਅਕਸਰ ਪਿੰਡਾਂ 'ਚ ਹੁੰਦਾ ਵੀ ਜਿਹੜਾ ਉਹਦਾ ਘਰ ਵਾਲੇ ਕੋਲ ਹੁੰਦਾ ਨਾ ਉਹਦੇ ਨਾਂ ਨਾਲ ਥੋੜ੍ਹੀ ਛੇੜਖਾਨੀ ਕਰਕੇ ਉਹਦਾ ਉਹਨਾਂ ਦੀ ਵਾਈਫ ਨੂੰ ਦੇ ਦਿੱਤਾ ਜਾਂਦਾ। ਫੌਜੀ ਦੀ ਘਰ ਵਾਲੀ ਨੂੰ ਫੌਜਣ ਪਟਵਾਰੀ ਦੀ ਘਰ ਵਾਲੀ ਨੂੰ ਪਟਵਾਰਨ ਸੂਬੇਦਾਰ ਦੀ ਘਰ ਵਾਲੀ ਨੂੰ ਸੂਬੇਦਾਰਨੀ ਤਾਂ ਉਹ ਉਹਦਾ ਨਾਲ ਦੀ ਨਾਲ ਵਿਆਹ ਦੇ ਨਾਲ ਤੁਹਾਨੂੰ ਮਿਲ ਜਾਂਦਾ। ਤੇ ਪਰ ਗੱਲ ਇਹ ਹੈ ਵੀ ਇਸ ਨਾਂ ਦੇ ਨਾਲ ਨਾ ਇੱਕ ਜ਼ਿੰਦਗੀ ਵੀ ਜੁੜੀ ਹੋਈ ਹੈ। ਹੋਰ ਜਿੰਨੀਆਂ ਵੀ ਨੌਕਰੀਆਂ ਨੇ ਉਹਦੇ ਵਿੱਚ ਤਾਂ ਘਰ ਵਾਲਾ ਤੁਹਾਡਾ ਸਵੇਰੇ ਜਾਂਦਾ ਜੀ ਸ਼ਾਮ ਨੂੰ ਘਰੇ ਆ ਜਾਂਦਾ
ਹਾਂਜੀ। ਪਰ ਜਿਹੜੀ ਫੌਜੀ ਦੀ ਜ਼ਿੰਦਗੀ ਆ ਹਾਂਜੀ। ਉਹ ਬੜੀ ਔਖੀ ਆ। ਹਾਂਜੀ ਇਹ ਵੀ ਨਹੀਂ ਪਤਾ ਵੀ ਕਦੋਂ ਸਰਹੱਦ ਤੇ ਕਦੋਂ ਲੜਾਈ ਲੱਗ ਜਾਣੀ ਹੈ। ਹਰ ਇੱਕ ਦਿਨ ਇੱਕ ਕਦੀ ਸੰਘਰਸ਼ ਦਾ ਹੁੰਦਾ। ਬਿਲਕੁਲ ਸਹੀ। ਤੇ ਉਹ ਸੋਚਦੇ ਹੋਏ ਵੀ ਕਈ ਵਾਰ ਆਪਣੇ ਸਮਾਜ ਦੇ ਵਿੱਚ ਪਰਿਵਾਰ ਵੀ ਕਹਿੰਦਾ ਵੀ ਅਸੀਂ ਆਪਣੀ ਕੁੜੀ ਭਾਈ ਕਿਉਂ ਫੌਜੀ ਨਾਲ ਵਿਆਹਣੀ ਹੈ। ਹਾਂਜੀ ਇਹ ਵੀ ਇੱਕ ਗੱਲ ਜੀ ਹੋ ਜਾਂਦੀ ਹੈ। ਹਾਂਜੀ ਪਰ ਤੁਸੀਂ ਇਹ ਜ਼ਿੰਦਗੀ ਨੂੰ ਮਾਣਿਆ, ਹੰਢਾਇਆ ਹਾਂਜੀ, ਤੇ ਹਾਂਜੀ। ਬੜਾ ਹੀ ਤਜਰਬਾ ਤੁਸੀਂ ਕੀਤਾ ਤੇ ਤਜਰਬੇ ਦੇ ਵਿੱਚੋਂ ਤੁਹਾਡੀ ਕਲਮ ਨੇ ਵੀ ਜਨਮ ਲਿਆ। ਬਿਲਕੁਲ ਸਹੀ ਤਾਂ ਗੱਲ ਹੈ। ਮੈਂ ਜਾਣਨਾ ਚਾਹੂੰਗਾ ਕਿ ਤੁਹਾਡੀ ਨਜ਼ਰ ਦੇ ਵਿੱਚ ਇੱਕ ਫੌਜਣ ਦੀ ਜ਼ਿੰਦਗੀ ਕਿਵੇਂ ਦੀ ਹੈ? ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਜੀ ਵੀ ਜਿਹੜੀ ਇੱਕ ਫੌਜਣ ਦੀ ਜ਼ਿੰਦਗੀ ਹੈ ਨਾ, ਉਹ ਇੱਕ ਕੰਡਿਆਂ ਦੀ ਸੇਜ ਹੈ ਜੀ। ਮਤਲਬ ਹਰ ਕੋਈ ਚਾਹੁੰਦਾ ਵੀ ਹਰ ਕੋਈ ਕੁੜੀ ਚਾਹੇਗੀ ਜਿਸ ਟਾਈਮ ਉਹ ਕਿਸੇ ਫੌਜੀ ਨੂੰ ਦੇਖਦੀ ਹੈ ਵੀ ਹਾਏ ਜੇ ਮੇਰਾ ਫੌਜੀ ਨਾਲ ਵਿਆਹ ਹੋ ਜਾਵੇ। ਤੇ ਇਹੀ ਇੱਕ ਦਿਨ ਮੇਰੇ ਦਿਲ ਦੇ ਵਿੱਚ ਇੱਕ ਇਹ ਚੀਜ਼ ਉਪਜੀ ਸੀ ਕਿ ਮੈਂ ਵੀ ਫੌਜਣ ਬਣਾ, ਮੇਰਾ ਵੀ ਫੌਜੀ ਨਾਲ ਵਿਆਹ ਹੋ ਜਾਵੇ ਜੀ। ਕਿਉਂਕਿ ਅਸੀਂ ਬਚਪਨ ਤੋਂ ਹੀ ਜਿਸ ਟਾਈਮ ਅਸੀਂ ਮਤਲਬ ਛਾਉਣੀਆਂ ਦੇ ਵਿੱਚ ਰਹਿੰਦੇ ਸੀਗੇ, ਫੌਜੀਆਂ ਦੇ ਗੁਆਂਢ ਦੇ ਵਿੱਚ ਹੀ ਸਮਝ ਲਓ। ਤੇ ਜਦੋਂ ਫੌਜੀ ਆਉਂਦੇ ਜਾਂਦੇ ਉਦੋਂ ਹੀ ਦਿਮਾਗ ਦੇ ਵਿੱਚ ਬੈਠ ਗਿਆ ਸੀਗਾ ਵੀ ਇਹ ਫੌਜੀ ਬੰਦੇ ਬੜੇ ਅੱਛੇ ਹੁੰਦੇ ਆ। ਤੇ ਫਿਰ ਜਿਹੜੀਆਂ ਮੇਰੀਆਂ ਵੱਡੀਆਂ ਸਿਸਟਰ ਸੀਗੀਆਂ ਤੇ ਉਹਨਾਂ ਦੀ ਜਦੋਂ ਵੀ ਗੱਲ ਹੁੰਦੀ ਵਿਆਹ ਦੀ, ਤੇ ਮੈਂ ਵੀ ਉਸ ਟਾਈਮ ਥੋੜੀ 16 ਸਾਲ ਦੀ ਉਮਰ ਦੇ ਵਿੱਚ ਸੀ ਤੇ ਮੈਂ ਵੀ ਸੋਚਦੀ ਵੀ ਹੋ ਸਕਦਾ ਵੀ ਮੇਰਾ ਵੀ ਫੌਜੀ ਨਾਲ ਵਿਆਹ ਹੋਵੇ। ਪਰ ਜਿਸ ਟਾਈਮ ਇਹ ਤੁਸੀਂ ਜ਼ਿੰਦਗੀ ਦੀ ਗੱਲ ਕਰਦੇ ਆ ਵੀ ਕਿਸ ਤਰ੍ਹਾਂ ਦੀ ਜ਼ਿੰਦਗੀ ਹੁੰਦੀ ਹੈ ਫੌਜੀਆਂ ਦੀ, ਉਹ ਮੈਨੂੰ ਨਹੀਂ ਸੀ ਨਾ ਪਤਾ। ਮੈਨੂੰ ਜਨੂਨ ਸੀਗਾ ਮੈਂ ਇੱਕ ਫੌਜੀ ਨਾਲ ਵਿਆਹ ਕਰਾਉਣਾ। ਪਰ ਮੇਰੇ ਜਿਹੜੇ ਫਾਦਰ ਸਾਹਿਬ ਸੀ, ਮੇਰੇ ਬੀਜੀ ਸੀਗੇ, ਉਹ ਜਾਣਦੇ ਸੀਗੇ ਵੀ ਫੌਜੀਆਂ ਨਾਲ ਵਿਆਹ ਕਰਾ ਕੇ ਨਾ ਕੁੜੀਆਂ ਦਾ ਬਸ ਪੁੱਛੋ ਨਾ ਕਿੱਦਾਂ ਬੁਰਾ ਹਾਲ ਹੁੰਦਾ। ਗੱਲ ਹੈ ਜਿਵੇਂ ਆਪਾਂ ਕਹਿੰਦੇ ਨੇ ਵੀ ਕੁੜੀ ਫੌਜੀ ਨਾਲ ਵਿਆਹ ਤੇ ਖੂਹ ਸਿੱਟਤੀ। ਹਾਂਜੀ ਖੂਹ 'ਚ ਸਿੱਟਤੀ। ਹਾਂਜੀ। ਤੇ ਘਰਦਿਆਂ ਜਿਸ ਟਾਈਮ ਮੈਂ ਆਪਣੀ ਇਹ ਚੁਆਇਸ ਦੱਸੀ ਨਾ, ਮੇਰੇ ਘਰਦਿਆਂ ਤੇ ਨਾ ਜਿੱਦਾਂ ਸਿਰ ਤੇ ਨਾ ਦੁੱਖਾਂ ਦੇ ਪਹਾੜ ਟੁੱਟ ਗਏ ਵੀ ਕੁੜੀਏ ਤੂੰ ਨਾ ਚੁੱਪ ਕਰ ਜਾ, ਵੀ ਹੋਰ ਬਥੇਰੇ ਮੁੰਡੇ ਆ, ਇੰਨੀ ਤੂੰ ਵੀ ਅੱਗੇ ਪੜ੍ਹਨਾ ਹੈਗਾ, ਜੇ ਤੂੰ ਸਭ ਕੁਝ ਹੈਗਾ ਸਾਡੇ ਕੋਲ, ਵੀ ਤੂੰ ਫੌਜੀ ਦਾ ਖਿਆਲ ਛੱਡ ਦੇ। ਪਰ ਮੈਨੂੰ ਸੀਗਾ ਵੀ ਨਹੀਂ, ਵੀ ਮੈਨੂੰ ਕੁਛ ਦੇਸ਼ ਨਾਲ ਬੜਾ ਪ੍ਰੇਮ ਸੀਗਾ ਮੇਰੇ ਮਨ ਦੇ ਵਿੱਚ ਵਸਿਆ ਹੋਇਆ। ਤੇ ਕੁਛ ਮੈਨੂੰ ਸੀਗਾ ਵੀ ਫੌਜੀ ਬਹੁਤ ਹੀ ਉਹਨਾਂ ਦੀ ਡਰੈਸ ਤੋਂ ਮੈਂ ਬੜੀ ਪ੍ਰਭਾਵਿਤ ਸੀ। ਬਚਪਨ ਤੋਂ ਹੀ ਫੌਜੀ ਮੇਰੇ ਮਨ ਦੇ ਵਿੱਚ ਮਤਲਬ ਵਸੇ ਹੋਏ ਸੀਗੇ। ਤੇ ਫਿਰ ਇਸ ਤਰ੍ਹਾਂ ਫਿਰ ਜਿਸ ਟਾਈਮ ਮੇਰਾ ਫੌਜੀ ਨਾਲ ਵਿਆਹ ਹੋ ਗਿਆ ਤੇ ਉਸ ਟਾਈਮ ਤਾਂ ਸ਼ੁਰੂ ਤਾਂ ਬੜਾ ਚੰਗਾ ਲੱਗਿਆ। ਜਦੋਂ ਕਿਸੇ ਵੀ ਸਟੇਸ਼ਨ ਤੇ ਸਾਡੀ ਬਦਲੀ ਹੋਣੀ ਤਾਂ ਸਲੂਟ ਵੱਜਣੇ, ਮੈਨੂੰ ਵੀ ਵੱਜਣੇ ਸਲੂਟ। ਤੇ ਅਸੀਂ ਫਿਰ ਮਿਲਟਰੀ ਦੇ ਵਿੱਚ ਮਤਲਬ ਫੌਜੀਆਂ ਦੀ ਜਿੰਨੀ ਇੱਜ਼ਤ ਹੈ ਉਸ ਤੋਂ ਵੱਧ ਉਹਨਾਂ ਦੀ ਫੌਜਣਾਂ ਦੀ ਇੱਜ਼ਤ ਹੈਗੀ ਹੈ। ਫਿਰ ਕਦੀ ਵੀ ਜਦ ਕਿਤੇ ਫੌਜੀਆਂ ਦੇ ਕੋਈ ਵੱਡਾ ਪ੍ਰੋਗਰਾਮ ਹੋਣਾ ਤਾਂ ਵੱਡੇ ਖਾਨੇ ਤੇ ਜਾਣਾ ਤਾਂ ਸਭ ਫੌਜਣਾਂ ਨੇ ਸੱਜ ਵਜ ਕੇ ਜਾਣਾ, ਬੱਚੇ ਜਿਸ ਤਰ੍ਹਾਂ ਕੋਈ ਮੇਲੇ ਤੇ ਜਾ ਰਿਹਾ ਹੋਵੇ। ਤੇ ਉਦੋਂ ਬੜਾ ਹੀ ਮਤਲਬ ਅੱਛਾ ਲੱਗਦਾ ਸੀਗਾ। ਪਰ ਫੌਜਣਾਂ ਨੂੰ ਉਸ ਟਾਈਮ ਮਤਲਬ ਜਿਸ ਟਾਈਮ ਫੌਜੀ ਦੀ ਪੋਸਟਿੰਗ ਕਿਤੇ ਫੀਲਡ ਏਰੀਆ 'ਚ ਹੋ ਜਾਂਦੀ ਹੈ ਤੇ ਫੌਜਣਾਂ ਨੂੰ ਰਹਿਣਾ ਪੈ ਜਾਂਦਾ ਪੇਕੇ ਜਾਂ ਸਹੁਰੇ। ਤੇ ਉਹ ਫਿਰ ਮੈਂ ਤੁਹਾਨੂੰ ਇਸ ਗੱਲ ਦੀ ਇੱਕ ਉਦਾਹਰਨ ਦਿੰਦੀ ਹਾਂ। ਤਾਂ ਇੱਕ ਸਾਡੇ ਇੱਕ ਫੌਜੀ ਸੀਗੇ ਸਾਡੇ ਆਫਿਸ ਦੇ ਵਿੱਚ, ਪੋਸਟਮੈਨ ਦਾ ਕੰਮ ਕਰਦੇ ਸੀ। ਤੇ ਮੈਂ ਉਹਨਾਂ ਨੂੰ ਪੁੱਛਿਆ ਜਦ ਮੈਨੂੰ ਪਤਾ ਲੱਗਿਆ ਵੀ ਇਹ ਫੌਜੀ ਆ। ਤੇ ਉਸ ਟਾਈਮ ਮੇਰੀ ਮੈਰਿਜ ਹੋਈ ਨਹੀਂ ਸੀਗੀ ਤਾਂ ਮੇਰਾ ਅੰਗੇਜਮੈਂਟ ਹੋਈ ਸੀ। ਤਾਂ ਮੈਂ ਹੁੱਬ ਕੇ ਫੌਜੀਆਂ ਨੂੰ ਨਾ ਮਿਲਦੀ ਸੀਗੀ, ਫੌਜੀਆਂ ਦੀ ਜ਼ਿੰਦਗੀ ਕਹੀ ਜਿਹੀ ਹੁੰਦੀ ਆ। ਤੇ ਮੈਂ ਉਹਨਾਂ ਨੂੰ ਜਦ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਕੁੜੀ ਫੌਜੀ ਨਾਲ ਮੰਗੀ ਹੋਈ ਹੈ ਤੇ ਮੈਂ ਕਿਹਾ ਜੀ ਭਾਜੀ ਫੌਜੀਆਂ ਦੀ ਜ਼ਿੰਦਗੀ ਕਿੱਦਾਂ ਦੀ ਹੁੰਦੀ ਹੈ? ਕਹਿੰਦਾ ਮੈਂ ਕਿੱਦਾਂ ਦੀ ਦੱਸਾਂ? ਤੇ ਕਹਿੰਦਾ ਵੀ ਹੁਣ ਤਾਂ ਵੀ ਜਦ ਤੱਕ ਅਸੀਂ 20 ਸਾਲ ਮੈਂ ਫੌਜ 'ਚ ਨੌਕਰੀ ਕੀਤੀ ਤੇ ਕਹਿੰਦਾ ਮੇਰੀ ਘਰਵਾਲੀ ਦਾ ਇਹ ਹਾਲ ਹੁੰਦਾ ਸੀ, ਜੇ ਤਾਂ ਕਹਿੰਦਾ ਵੀ ਪੇਕੇ ਜਾਂਦੀ ਸੀ ਤਾਂ ਭਰਜਾਈਆਂ ਨਹੀਂ ਸੀ ਟਿਕਣ ਦਿੰਦੀਆਂ, ਤੇ ਜੇਕਰ ਸਹੁਰੇ ਆਉਂਦੀ ਸੀ ਤਾਂ ਦਰਾਣੀਆਂ ਜਠਾਣੀਆਂ ਨਹੀਂ ਸੀ ਟਿਕਣ ਦਿੰਦੀਆਂ, ਸ਼ਰੀਕੇ ਵਾਲੇ ਨਹੀਂ ਸੀ ਟਿਕਣ ਦਿੰਦੇ, ਜੇਠਾਂ ਦੇ ਹੰਗੂਰੇ ਨਹੀਂ ਸੀ ਟਿਕਣ ਦਿੰਦੇ। ਹਾਂਜੀ। ਤੇ ਫਿਰ ਵੀ ਇੰਨੀ ਤੰਗ ਮੇਰੀ ਫੌਜਣ ਦੀ ਜ਼ਿੰਦਗੀ ਸੀ ਵੀ ਜਿਸ ਟਾਈਮ ਕਹਿੰਦੇ ਉਹ ਮਤਲਬ ਮੈਂ ਪੈਨਸ਼ਨ ਲੈ ਕੇ ਆ ਗਿਆ ਤੇ ਜਦ ਜ਼ਿੰਦਗੀ ਕੱਟਣ ਦਾ ਸਮਾਂ ਆ ਤਾਂ ਕਹਿੰਦਾ ਉਹ ਤੁਰ ਗਈ। ਤੇ ਇਸ ਕਰਕੇ ਕਹਿੰਦਾ ਫੌਜਣਾਂ ਦੀ ਜ਼ਿੰਦਗੀ ਬਹੁਤ ਜ਼ਿਆਦਾ ਸੰਘਰਸ਼ੀਲ ਹੈ ਵੀ ਤੂੰ ਤਾਂ ਇੱਕ ਕਹਿੰਦਾ ਕੋਮਲ ਜੀ ਹੈਗੀ ਆ ਤੇ ਸੈਂਸਿਟਿਵ ਜੀ ਕੁੜੀ ਹੈਗੀ ਆ, ਮੈਨੂੰ ਸਮਝ ਨਹੀਂ ਲੱਗਦੀ ਤੂੰ ਫੌਜੀ ਨਾਲ ਕਿੱਦਾਂ ਵਿਆਹ ਕਰਾਏਂਗੀ, ਤੂੰ ਫੌਜੀਆਂ ਦੇ ਨਾਲ ਕਿੱਦਾਂ ਜ਼ਿੰਦਗੀ ਕੱਟੇਂਗੀ। ਪਰ ਜਿਸ ਟਾਈਮ ਮੈਂ ਆਪਣੇ ਪ੍ਰੈਕਟੀਕਲ ਇਸ ਜ਼ਿੰਦਗੀ ਦੇ ਵਿੱਚ ਆ ਗਈ ਤਾਂ ਵੀ ਮੈਨੂੰ ਨਾ ਮਤਲਬ ਬਹੁਤ ਹੀ ਜ਼ਿਆਦਾ ਮਤਲਬ ਫੌਜੀਆਂ ਨਾਲ ਉਹ ਕਰਕੇ ਮੈਨੂੰ ਲੱਗਿਆ ਵੀ ਮੈਂ ਨਾ ਹਰ ਜਨਮ 'ਚ ਮੈਂ ਫੌਜੀ ਦੀ ਘਰ ਵਾਲੀ ਬਣਾ। ਜਦ ਕਿ ਜਿਸ ਮੇਰੇ ਨਾਲ ਵੀ ਇਹ ਗੱਲਾਂ ਵਾਪਰੀਆਂ, ਜਿਸ ਟਾਈਮ ਫੌਜੀ ਸਾਹਿਬ ਚਲੇ ਜਾਂਦੇ ਸੀ ਕਹਿੰਦੇ ਪੋਸਟਿੰਗ ਹੋ ਜਾਂਦੀ, ਚਲੋ ਮੇਰੀ ਤਾਂ ਗੱਲ ਅਲੱਗ ਸੀਗੀ ਵੀ ਜਿਸ ਤਰ੍ਹਾਂ ਪਟਿਆਲੇ ਸ਼ਹਿਰ 'ਚ ਮੈਂ ਭਾਸ਼ਾ ਵਿਭਾਗ 'ਚ ਸਰਵਿਸ ਕਰਦੀ ਸੀ, ਉੱਥੇ ਮੇਰੇ ਪੇਰੈਂਟਸ ਸੀਗੇ ਤੇ ਮੈਨੂੰ ਆਪਣੇ ਬੀਜੀ ਦਾ ਪਾਪਾ ਜੀ ਦਾ ਭੈਣ ਭਰਾਵਾਂ ਦਾ ਬੜਾ ਸਹਿਯੋਗ ਸੀਗਾ ਵੀ ਮੇਰੇ ਬੱਚੇ ਉਹਨਾਂ ਨੇ ਪਾਲ ਦਿੱਤੇ ਸੀਗੇ।
ਪਰ ਫਿਰ ਵੀ ਨਾ ਉਸ ਤੋਂ ਬਿਨਾ ਵੀ ਨਾ ਵੀ ਫੌਜਣਾਂ ਨੂੰ ਨਾ ਜੋ ਗੱਲਾਂ ਸੁਣਨੀਆਂ ਪੈਂਦੀਆਂ ਨਾ, ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਔਰ ਫਿਰ ਮੇਰੇ ਪਿੰਡਾਂ ਨਾਲ ਬੜੇ ਵਾਹ ਸੀ। ਜਿਸ ਤਰ੍ਹਾਂ ਮੈਂ ਪਿੰਡ ਵਿੱਚ ਜਾਂਦੀ ਤੇ ਮੈਂ ਪਿੰਡ 'ਚ ਫੌਜਣਾਂ ਦੀ ਜ਼ਿੰਦਗੀ ਦੇਖਦੀ ਤਾਂ ਲੋਕ ਮਤਲਬ ਉਹਨਾਂ ਨੂੰ ਐਂ ਸਮਝਦੇ ਆ ਜਿੱਦਾਂ ਨੇ ਇਹ ਪਤਾ ਨਹੀਂ ਕੋਈ ਮਤਲਬ ਬਹੁਤ ਗਲਤ ਨਜ਼ਰਾਂ ਨਾਲ ਦੇਖਦੇ ਆ। ਜਿੱਧਰ ਨੂੰ ਵੀ ਫੌਜਣ ਤੁਰੀ ਜਾਏਗੀ ਵੀ ਫੌਜੀ ਜਿਹੜੇ ਮਸਟੰਡੇ ਜੇ ਸੱਥਾਂ ਤੇ ਬੈਠੇ ਹੁੰਦੇ ਆ, ਫੌਜੀ ਫੌਜ 'ਚ ਫੌਜਣ ਮੌਜ 'ਚ। ਤੇ ਇਸ ਤਰ੍ਹਾਂ ਦੀਆਂ ਕਈ ਗੱਲਾਂ ਨਾ ਵੀ ਵਸਣਾ ਫੌਜੀ ਦੇ ਭਾਵੇਂ ਬੂਟਸ ਨੇ ਲੱਤ ਮਾਰੇ, ਉਹਨਾਂ ਨੇ ਨਾ ਵੀ ਮਤਲਬ ਨਾ ਜਿਹੜੀਆਂ ਫੌਜੀਆਂ ਦੇ ਘਰ ਵਾਲੀਆਂ ਉਹਨਾਂ ਦਾ ਰਹਿਣਾ ਦਲੰਬਰ ਕਰ ਦਿੰਦੇ ਆ। ਤੇ ਖੈਰ ਮੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਵਿੱਚ ਨਹੀਂ ਲੰਘਣਾ ਪਿਆ ਕਿਉਂਕਿ ਮੈਂ ਸ਼ਹਿਰ 'ਚ ਰਹਿੰਦੀ ਸੀ ਤੇ ਆਫਿਸ 'ਚ ਕੰਮ ਕਰਦੀ ਸੀਗੀ। ਪਰ ਆਫਿਸ 'ਚ ਵੀ ਨਾ ਜਿਸ ਟਾਈਮ ਫਿਰ ਉਸ ਤੋਂ ਬਾਅਦ ਮੇਰੇ ਹਸਬੈਂਡ ਦੀ ਪੋਸਟਿੰਗ ਹੋ ਗਈ ਪਟਿਆਲੇ ਤੋਂ ਚੰਡੀ ਮੰਦਰ ਦੀ ਹੋ ਗਈ ਤੇ ਫਿਰ ਮੈਂ ਵੀ ਇਹਨਾਂ ਦੇ ਨਾਲ ਹੀ ਚੰਡੀ ਇੱਥੇ ਸੈਕਟਰੀਏਟ ਮੇਰੀ ਟ੍ਰਾਂਸਫਰ ਹੋ ਗਈ। ਜਿਵੇਂ ਤੁਸੀਂ ਤੁਹਾਡੀ ਜ਼ਿੰਦਗੀ ਨਾਲ ਚੱਲਦੀ ਗਈ, ਪਰ ਉਹਦੇ ਨਾਲ ਤੁਹਾਡਾ ਜਿਹੜਾ ਮੇਨ ਮਕਸਦ ਸੀਗਾ ਹੁਣ ਜੋ ਜਿਸ ਮਸਲੇ ਤੇ ਆਪਾਂ ਗੱਲ ਕਰ ਰਹੇ ਹਾਂ, ਉਹ ਤੁਹਾਡੀ ਕਲਮ ਦਾ ਸਫ਼ਰ। ਹਾਂਜੀ। ਫਿਰ ਇਸ ਜ਼ਿੰਦਗੀ ਦੇ ਵਿੱਚ ਭੱਜ ਦੌੜ ਦੇ ਵਿੱਚ ਕਲਮ ਨਾਲ ਤੁਹਾਡਾ ਫਿਰ ਰਾਬਤਾ ਕਿੱਦਾਂ ਬਣ ਗਿਆ ਤੇ ਕਲਮ ਤੋਂ ਕਿਤਾਬ ਤੱਕ ਦਾ ਸਫ਼ਰ ਫਿਰ ਕਿੱਦਾਂ ਸੀ? ਕਲਮ ਨਾਲ ਰਾਬਤਾ ਮੇਰਾ ਇਸ ਤਰ੍ਹਾਂ ਬਣਿਆ ਜਿਸ ਤਰ੍ਹਾਂ ਮੈਂ ਭਾਸ਼ਾ ਭਾਗ 'ਚ ਸਰਵਿਸ ਕਰਦੀ ਸੀਗੀ ਤੇ ਉੱਥੇ ਅਸੀਂ ਬੜੀਆਂ ਕਿਤਾਬਾਂ ਰਿਵਿਊ ਕਰਨੀਆਂ ਤੇ ਮੇਰੇ ਦਿਲ ਦੇ ਵਿੱਚ ਸਾਹਿਤ ਜਿਹੜੀ ਚਿੰਸ ਨੇ ਇਹ ਤਾਂ ਪਹਿਲੇ ਥੋੜੀ ਥੋੜੀ ਸੁਲਗ ਰਹੀ ਸੀਗੀ। ਤੇ ਜਦ ਕਿ ਮੈਂ ਭਾਸ਼ਾ ਭਾਗ 'ਚ ਨਹੀਂ ਸੀ ਨੌਕਰੀ ਕਰਦੀ, ਮੈਂ ਹੋਰ ਦਫ਼ਤਰਾਂ 'ਚ ਵੀ ਬੜਿਆਂ 'ਚ ਸਰਵਿਸ ਕੀਤੀ, ਉਦੋਂ ਵੀ ਮਾੜੀਆਂ ਮੋਟੀਆਂ ਕਹਾਣੀਆਂ ਕਵਿਤਾਵਾਂ ਲਿਖ ਲੈਂਦੀ ਸੀਗੀ। ਤੇ ਉਸ ਤੋਂ ਬਾਅਦ ਜਦ ਮੇਰਾ ਫੌਜੀ ਸਾਹਿਬ ਨਾਲ ਵਿਆਹ ਹੋ ਗਿਆ ਤੇ ਜਿਸ ਟਾਈਮ ਇਹ ਵਿਆਹ ਤੋਂ ਬਾਅਦ ਪਹਿਲੀ ਵਾਰ ਇਹਨਾਂ ਦੀ ਪੋਸਟਿੰਗ ਹੋਈ ਤਾਂ ਪਿੱਛੋਂ ਜਿਸ ਤਰ੍ਹਾਂ ਮੈਨੂੰ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਔਰ ਇਹਨਾਂ ਬਿਨਾਂ ਮੈਂ ਬੱਚੇ ਵੀ ਕਿਸ ਤਰ੍ਹਾਂ ਸੰਭਾਲੇ ਤੇ ਉਸ ਟਾਈਮ ਮੇਰੇ ਦਿਲ ਅੰਦਰ ਨਾ ਬੜਾ ਹੀ ਦਰਦ ਉੱਠਦਾ ਸੀਗਾ, ਦਰਦ ਜਾਗਦਾ ਸੀਗਾ। ਤੇ ਇੱਕ ਜਿਸ ਟਾਈਮ ਪੈਰਾਸ਼ੂਟ ਦੇ ਡ੍ਰੌਪਰ ਸੀਗੇ ਤੇ ਜਿਸ ਟਾਈਮ ਇਹਨਾਂ ਨੇ ਕਹਿਣਾ ਵੀ ਮੈਂ ਪੈਰਾਸ਼ੂਟ ਡ੍ਰੌਪਰ ਹਾਂ ਤੇ ਵੀ ਉਦੋਂ ਇੰਨਾ ਡਰ ਲੱਗਣਾ ਵੀ 2000 ਫੁੱਟ ਤੋਂ ਨੀਚੇ ਆਣਾ ਤੇ ਮੈਂ ਤਾਂ ਅਰਦਾਸਾਂ ਹੀ ਕਰਦੀ ਮੈਂ ਥੱਕ ਜਾਣਾ, ਇਹ ਸੱਚੇ ਪਾਤਸ਼ਾਹ ਫੌਜੀ ਸਾਹਿਬ ਠੀਕ ਰਹਿਣ, ਫੌਜੀ ਸਾਹਿਬ ਠੀਕ ਰਹਿਣ। ਤੇ ਵੀ ਡਰ ਦੇ ਵਿੱਚ ਹੀ ਜ਼ਿੰਦਗੀ ਕੱਟੀ। ਤੇ ਫਿਰ ਜਿਹੜਾ ਉਹ ਡਰ ਸੀਗਾ ਉਹ ਮੈਨੂੰ ਲੱਗਦਾ ਵੀ ਮੇਰੇ ਦਿਮਾਗ 'ਚ ਬੈਠ ਗਿਆ ਤੇ ਉਸਨੇ ਮੇਰੀ ਕਲਮ ਨੂੰ ਜਨਮ ਦਿੱਤਾ। ਤੇ ਫਿਰ ਮੈਂ ਫੌਜੀਆਂ ਬਾਰੇ ਜਿਸ ਟਾਈਮ ਇਹ ਲਿਖੀਆਂ ਕਹਾਣੀਆਂ ਲਿਖੀਆਂ। ਹਾਂਜੀ, ਪਹਿਲੇ ਜਦੋਂ ਕੋਈ ਫੌਜਣ ਹੁੰਦੀ ਹੈ ਤੇ ਜਦੋਂ ਕੋਈ ਫੌਜਣ ਹੁੰਦੀ ਹੈ ਫਿਰ ਮੈਂ ਸੋਚਿਆ ਵੀ ਜਦੋਂ ਕੋਈ ਫੌਜਣ ਹੁੰਦੀ ਹੈ ਇਹ ਮੈਂ ਅੱਖੀ ਡਿੱਠਾ ਹਾਂਜੀ ਵੀ ਜਦੋਂ ਕੋਈ ਫੌਜਣ ਹੁੰਦੀ ਹੈ ਇਹ ਨਾ ਮੈਂ ਇੱਕ ਦਿਨ ਬੈਠੀ ਸੀਗੀ ਤੇ ਮੇਰੇ ਜਿਹੜੇ ਹਸਬੈਂਡ ਸੀਗੇ ਇਹਨਾਂ ਦੀ ਪੋਸਟਿੰਗ ਸੀਗੀ ਜੱਬਲਪੁਰ ਤੇ ਜੱਬਲਪੁਰ ਬੈਠੇ ਬੈਠੇ ਨਾ ਇੱਥੇ ਕਾਰਗਲ ਦੀ ਤੇ ਆਪਣੀ ਲੜਾਈ ਛਿੜੀ ਹੋਈ ਸੀਗੀ। ਤੇ ਇੱਕ ਨਾ ਮੈਂ ਅਖਬਾਰ ਦੇ ਵਿੱਚ ਅਖਬਾਰ 'ਚ ਵੀ ਪੜ੍ਹਿਆ ਤੇ ਟੀਵੀ ਤੇ ਵੀ ਇੱਕ ਚੈਨਲ ਤੇ ਨਿਊਜ਼ ਆ ਰਹੀ ਸੀਗੀ ਤੇ ਉਹਦੇ ਵਿੱਚ ਇੱਕ ਫੌਜੀ ਮੇਜਰ ਤੇ ਉਹ ਮਤਲਬ ਆਪਣੇ ਹਿੰਦੁਸਤਾਨ ਦੀ ਫੌਜ ਨੇ ਉਹਨੂੰ ਮਤਲਬ ਮਾਰਤਾ ਹੈ ਨਾ ਜੀ। ਜਿਸ ਟਾਈਮ ਉਹਦੀ ਡੈੱਡ ਬੋਡੀ ਇਹਨਾਂ ਨੇ ਫੌਜੀਆਂ ਦੇ ਆਪਣੇ ਇੰਡੀਆ ਦੇ ਹੱਥ ਲੱਗੀ ਨਾ ਤੇ ਉਹਦੀ ਜੇਬ ਦੇ ਵਿੱਚ ਨਾ ਇੱਕ ਚਿੱਠੀ ਲਿਖੀ ਹੋਈ ਸੀ ਉਹਦੀ ਵਾਈਫ ਦੀ ਤੇ ਉਹਦੀ ਵਾਈਫ ਨੇ ਲਿਖਿਆ ਸੀਗਾ ਵੀ ਮੇਜਰ ਸਾਹਿਬ ਅੱਜ ਆਪਣੀ ਵੀ ਮੈਰਿਜ ਐਨਵਰਸਰੀ ਹੈ ਤੇ ਮੈਂ ਇਸ ਤਰ੍ਹਾਂ ਲਾਲ ਸਾੜੀ ਪਾ ਕੇ ਬੈਠੀ ਹਾਂ ਤੇ ਮੈਂ ਤੁਹਾਡੀ ਉਡੀਕ 'ਚ ਹਾਂ, ਮੈਂ ਚਾਹੁੰਦੀ ਹਾਂ ਵੀ ਜੇ ਇਸ ਵਾਰੀ ਨਹੀਂ ਤੁਸੀਂ ਆ ਸਕੇ ਤਾਂ ਅਗਲੀ ਵਾਰੀ ਤੁਸੀਂ ਜ਼ਰੂਰ ਆਇਓ। ਤੇ ਫਿਰ ਜਿਸ ਟਾਈਮ ਉਹ ਜਿਹੜੀ ਉਹਦੀ ਚਿੱਠੀ ਸੀ ਨਾ ਮੇਰਾ ਖਿਆਲ ਉਹ ਸਾਰੇ ਪੇਪਰਾਂ ਦੇ ਵਿੱਚ ਵੀ ਛਪੀ ਤੇ ਚੈਨਲਾਂ ਤੇ ਵੀ ਦੱਸੀ ਗਈ ਤੇ ਉਦੋਂ ਮੇਰੇ ਦਿਲ ਵਿੱਚ ਇੰਨਾ ਮਤਲਬ ਮੇਰੇ ਇੰਨਾ ਦਰਦ ਉੱਠਿਆ ਤੇ ਮੈਂ ਕਿਹਾ ਚਾਹੇ ਫੌਜਣ ਸਾਡੇ ਪਾਕਿਸਤਾਨ ਦੀ ਹੋਵੇ ਚਾਹੇ ਹਿੰਦੁਸਤਾਨ ਦੀ ਹੋਵੇ ਤੇ ਉਹਦਾ ਪਤੀ ਜਿਸ ਟਾਈਮ ਸ਼ਹੀਦ ਹੁੰਦਾ ਦਰਦ ਤਾਂ ਉਸਨੂੰ ਉਨਾ ਉਧਰਲੀ ਫੌਜਣ ਨੂੰ ਵੀ ਉਨਾ ਹੀ ਦਰਦ ਹੁੰਦਾ ਤੇ ਇੱਧਰਲੀ ਫੌਜਣ ਨੂੰ ਵੀ ਇੰਨਾ ਦਰਦ ਹੁੰਦਾ। ਤੇ ਉਸ ਟਾਈਮ ਮੇਰੇ ਅੰਦਰ ਇੰਨਾ ਦਰਦ ਪੈਦਾ ਹੋਇਆ ਨਾ ਤਾਂ ਉਸ ਦਰਦ ਤੋਂ ਹੀ ਮੈਂ ਫਿਰ ਲਿਖਿਆ ਵੀ ਜਦੋਂ ਕੋਈ ਫੌਜਣ ਹੁੰਦੀ ਹੈ ਤਾਂ ਉਹਦੀ ਕਿੰਨੀ ਹਾਲਤ ਖਰਾਬ ਹੁੰਦੀ ਹੈ ਵੀ ਉਹ ਆਪਣੇ ਤਾਰਾਂ ਤੋਂ ਪਰਲੇ ਪਾਸੇ ਉਹ ਆਪਣੇ ਪਤੀ ਨੂੰ ਉਡੀਕ ਰਹੀ ਹੈ ਵੀ ਜਿਹੜਾ ਮੇਰਾ ਪਤੀ ਲਾਪਤਾ ਹੋ ਗਿਆ ਉਹ ਹਿੰਦੁਸਤਾਨ ਵੱਲੋਂ ਆਏਗਾ ਤੇ ਜਿਹੜਾ ਹਿੰਦੁਸਤਾਨ ਦੀ ਫੌਜਣ ਹੈ ਉਹ ਪਾਕਿਸਤਾਨ ਵਾਲੇ ਪਾਸੇ ਆਪਣੇ ਪਤੀ ਨੂੰ ਉਡੀਕ ਰਹੀ ਹੁੰਦੀ ਹੈ ਵੀ ਕਾਸ਼ ਜੇ ਮੇਰਾ ਫੌਜੀ ਇੱਧਰੋਂ ਆ ਜਾਵੇ। ਪਰ ਹਵਾ ਆਜ਼ਾਦ ਹੈ ਜਿਹੜੀ ਉੱਧਰ ਜਾ ਕੇ ਉਹਨੂੰ ਵੀ ਠੰਡਕ ਦਿੰਦੀ ਹੈ ਤੇ ਇੱਧਰਲੀ ਫੌਜਣ ਦੇ ਦਿਲ ਨੂੰ ਵੀ ਠੰਡਕ ਦਿੰਦੀ ਹੈ ਤੇ ਪਰ ਜਿਹੜੀ ਫੌਜਣ ਉਹ ਇੱਕ ਮੱਛੀ ਵਾਂਗੂ ਤੜਫ ਰਹੀ ਹੁੰਦੀ ਹੈ ਤੇ ਵੀ ਇਹ ਜਿਹੜੀ ਸਾਡੀ ਦੇਸ਼ ਦੀ ਵੰਡ ਹੈ ਜਾਂ ਇਹ ਸਾਡੇ ਲੜਾਈਆਂ ਸਰਹੱਦ ਸਾਡੇ ਕਿੰਨੇ ਹੀ ਪੁੱਤ ਤੇ ਘਰ ਵਾਲੇ ਕਿੰਨੇ ਖੋਲੇ ਨੇ ਤੇ ਖੋਲੀ ਤੇ ਪਰ ਸਾਡੀ ਸਰਕਾਰਾਂ ਜਿਹੜੀਆਂ ਹੁਕਮ ਦਿੰਦੀਆਂ ਜਿਹੜੀ ਕਾਰਗਿਲ ਦੀ ਲੜਾਈ ਹੋ ਰਹੀ ਹੈ ਤੇ ਇੱਧਰ ਲੜਾਈਆਂ ਹੋ ਰਹੀਆਂ ਇਹਨਾਂ ਨੂੰ ਤਾਂ ਨਹੀਂ ਪਤਾ ਹੈਗਾ ਨਾ ਵੀ ਫੌਜਣਾਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਦੁੱਖ ਸਾਂਝੇ ਹੁੰਦੇ ਆ। ਉੱਧਰਲੀ ਫੌਜਣ ਵੀ ਇੱਦਾਂ ਤੜਫਦੀ ਹੈ ਇੱਧਰਲੀ ਵੀ ਇੱਦਾਂ ਤੜਫਦੀ ਹੈ। ਇਸ ਤਰ੍ਹਾਂ ਮੇਰੇ ਮਨ ਦੇ ਵਿੱਚ ਇਹ ਕਹਾਣੀ ਨੇ ਜਨਮ ਲਿੱਤਾ। ਉਸ ਤੋਂ ਬਾਅਦ ਮੈਨੂੰ ਲੱਗਦਾ ਤੁਸੀਂ ਪਹਿਲੇ ਜਿਨ੍ਹਾਂ ਨੇ ਇਸ ਵਿਸ਼ੇ ਤੇ ਇੰਨਾ ਉਹ ਲਿਖਿਆ ਕਿਉਂਕਿ ਤੁਸੀਂ ਖੁਦ ਹੰਡਾਇਆ ਨਹੀਂ ਕਹਾਣੀਆਂ ਤਾਂ ਬਹੁਤ ਨੇ ਲਿਖੀਆਂ ਹਾਂਜੀ ਹਾਂਜੀ ਪਰ ਕਹਿੰਦੀ ਫੌਜ ਨੂੰ ਕੋਈ ਟਾਈਮ ਕਿੱਥੇ ਹੈ ਘਰ ਦੇ ਤੋਂ ਸੰਭਾਲਣ ਤੋਂ ਬਿਨਾਂ ਵੀ ਅਸੀਂ ਉਹ ਕਰ ਸਕੀਏ। ਹਾਂਜੀ
ਫਿਰ ਇਹ ਜਿਵੇਂ ਤੁਸੀਂ ਲਿਖਦੇ ਸੀਗੇ, ਫਿਰ ਤੁਹਾਡੇ ਹਸਬੈਂਡ ਉਹਨਾਂ ਦਾ ਵੀ ਬਹੁਤ ਪੂਰਾ ਹੁੰਦਾ ਹੋਣਾ, ਹੌਸਲਾ ਦਿੰਦੇ ਹੋਣਾ ਵੀ ਹਾਂ ਵੀ ਤੂੰ ਲਿਖ ਇਹਨੂੰ? ਹਾਂਜੀ, ਨਹੀਂ ਮੈਂ ਤਾਂ ਆਪਣੇ ਸੌਗਾ ਮੇਰੇ ਫੌਜੀ ਸਾਹਿਬ ਨਾ ਮੇਰੇ ਨਾਲ ਨਾ ਵੀ ਉਹਨਾਂ ਨੇ ਜ਼ਿੰਦਗੀ ਭਰ ਨਾ ਮੈਨੂੰ ਕਦੀ ਵੀ ਮਤਲਬ ਇਹ ਮਹਿਸੂਸ ਹੀ ਨਹੀਂ ਹੋਣ ਦਿੱਤਾ ਵੀ ਉਹ ਮੇਰੇ ਹਸਬੈਂਡ ਨੇ ਜਾਂ ਮੇਰੇ ਫਰੈਂਡ ਨੇ। ਹਸਬੈਂਡ ਉਹ ਮੇਰੇ ਘੱਟ ਸੀਗੇ, ਮੇਰੇ ਮਹਿਬੂਬ ਜ਼ਿਆਦਾ ਸੀਗੇ ਉਹ। ਇਸ ਕਰਕੇ ਹੁਣ ਇੱਕਦਮ ਜਦੋਂ ਉਹਨਾਂ ਦੀ ਡੈਥ ਤੋਂ ਬਾਅਦ ਮੈਨੂੰ ਬਹੁਤ ਜ਼ਿਆਦਾ ਫੀਲ ਹੋ ਰਿਹਾ ਵੀ ਜੇਕਰ ਵੀ ਸਾਡਾ ਤਾਂ ਕੋਈ ਰਿਸ਼ਤਾ ਹੀ ਨਹੀਂ ਸੀ ਹਸਬੈਂਡ ਵਾਈਫ ਵਾਲਾ, ਸਾਡਾ ਤਾਂ ਰਿਸ਼ਤਾ ਹੀ ਇਹ ਹੋਰ ਤਰ੍ਹਾਂ ਦਾ ਸੀਗਾ। ਕਿਉਂਕਿ ਉਹਨਾਂ ਨੇ ਮੈਨੂੰ ਇੰਨਾ ਐਪਰੀਸ਼ੀਏਟ ਕੀਤਾ, ਮੈਨੂੰ ਇੰਨਾ ਉਹਨਾਂ ਨੇ ਹੌਸਲਾ ਦਿੱਤਾ, ਉਹਨਾਂ ਨੇ ਹਮੇਸ਼ਾ ਮੇਰੇ ਤੇ ਵਿਸ਼ਵਾਸ ਰੱਖਿਆ। ਉਹ ਕਹਿੰਦੇ ਵੀ ਜੋ ਤੁਹਾਡਾ ਦਿਲ ਕਰਦਾ ਕਰੋ। ਕਿਉਂਕਿ ਵਿਆਹ ਤੋਂ ਪਹਿਲਾਂ ਮੈਨੂੰ ਨਾਟਕਾਂ ਦਾ ਬੜਾ ਸ਼ੌਂਕ ਸੀ, ਡਰਾਮੇ ਕਰਨ ਦਾ ਬੜਾ ਸ਼ੌਂਕ ਸੀਗਾ। ਪਟਿਆਲੇ ਦੇ ਵਿੱਚ ਤਾਂ ਬਹੁਤ ਅੱਛੇ ਨਾਟਕ ਖੇਡੇ ਜਾਂਦੇ ਸੀਗੇ ਤੇ ਪਰ ਮੈਂ ਘਰ ਦੇ ਮੇਰੇ ਮਤਲਬ ਘਰੋਂ ਥੋੜੇ ਜਿਹੇ ਭਰਾ ਮੇਰੇ ਸਖਤ ਸੀਗੇ, ਉਹ ਨਹੀਂ ਸੀ ਇਜਾਜ਼ਤ ਦਿੰਦੇ। ਤੇ ਫਿਰ ਜਦੋਂ ਹਸਬੈਂਡ ਮੈਨੂੰ ਮਿਲੇ ਤਾਂ ਮੈਂ ਇਹਨਾਂ ਨੂੰ ਦੱਸਿਆ ਤੇ ਇਹ ਮੈਨੂੰ ਕਹਿੰਦੇ ਵੀ ਤੁਸੀਂ ਨਾ ਵੀ ਹੁਣ ਮੇਰੇ ਨਾਲ ਹੈ ਨਾ, ਹੁਣ ਤੁਸੀਂ ਚਿੰਤਾ ਨਾ ਕਰੋ, ਤੁਸੀਂ ਹਰ ਆਪਣੀ ਤਮੰਨਾ ਪੂਰੀ ਕਰੋ। ਫਿਰ ਵਿਆਹ ਤੋਂ ਬਾਅਦ ਮੈਂ ਕਈ ਨਾਟਕ ਖੇਡੇ, ਗਿਆਨ ਗਖੜ ਡਾਇਰੈਕਟਰ ਸੀਗੇ ਸਾਡੇ ਉੱਥੇ ਪਟਿਆਲੇ ਦੇ, ਉਹਨਾਂ ਨਾਲ ਮੈਂ ਨਾਟਕ ਖੇਡੇ। ਨਾਟਕ ਖੇਡਦੇ ਫਿਰ ਜਿਸ ਟਾਈਮ ਮੈਂ ਜਿਉਂ ਫੌਜੀ ਸਾਹਿਬ ਨਾਲ ਮੇਰੀ ਜ਼ਿੰਦਗੀ ਬੀਤਦੀ ਗਈ, ਜੋ ਮੈਂ ਮਹਿਸੂਸ ਕਰਦੀ ਰਹੀ ਤੇ ਉਸ ਤੋਂ ਬਾਅਦ ਫਿਰ ਮੇਰੀ ਕਲਮ ਦੇ ਵਿੱਚ ਜਾਨ ਆ ਗਈ। ਤਾਂ ਫਿਰ ਜਿਸ ਟਾਈਮ ਮੈਂ ਇੱਥੇ ਸੀਗੀ ਸੈਕਟਰੀਏਟ ਦੇ ਵਿੱਚ, ਸੈਕਟਰੀਏਟ 'ਚ ਜਦ ਮੈਂ ਜੌਬ ਕਰਦੀ ਸੀਗੀ ਤਾਂ ਫਿਰ ਮੈਂ ਮਤਲਬ ਕੱਚਾ ਪੱਕਾ ਜਿਹਾ ਲਿਖ ਦਿੰਦੀ ਹੁੰਦੀ ਸੀਗੀ। ਤੇ ਫਿਰ ਸਾਡੇ ਇੰਚਾਰਜ ਸੀਗੇ ਮੇਰੇ ਸੀਨੀਅਰ ਅਫਸਰ ਮਿਸਟਰ ਬਲਕਾਰ ਸਿੱਧੂ, ਫਿਰ ਮੈਂ ਉਹਨਾਂ ਨੂੰ ਪੜ੍ਹਾਉਣਾ ਆ ਕੇ, ਉਹ ਕਹਿੰਦੇ ਵੀ ਇਦਾਂ ਤੇਰੇ ਲਿਖਣ ਦਾ ਕੋਈ ਫਾਇਦਾ ਨਹੀਂ, ਵੀ ਤੇਰੀ ਨਾ ਕਲਮ 'ਚ ਜਾਨ ਹੈਗੀ ਹੈ, ਪਰ ਇਸ ਨੂੰ ਜਾਨ ਨੂੰ ਨਾ ਸੈੱਟ ਕਰਨ ਵਾਸਤੇ ਨਾ ਵੀ ਤੈਨੂੰ ਨਾ ਕਿਸੇ ਦੇ ਵੀ ਜਿਸ ਤਰ੍ਹਾਂ ਗਿਆਨ 'ਚ ਵਾਧਾ ਹੋਣਾ ਚਾਹੀਦਾ, ਵੀ ਜਿਹੜੇ ਸਾਹਿਤਕਾਰਾਂ ਤੋਂ ਉਹਨਾਂ ਦੇ ਵਿਚਾਰ ਸੁਣ, ਤੂੰ ਚੰਗੀਆਂ ਕਿਤਾਬਾਂ ਪੜ੍ਹ, ਵੀ ਚਲੋ ਵੀ ਹੁਣ ਤਾਂ ਤੁਸੀਂ ਆਪਾਂ ਨੂੰ ਕੋਈ ਇੱਥੇ ਜ਼ਰੂਰਤ ਨਹੀਂ ਹੈਗੀ ਵੀ ਕੱਲ ਨੂੰ ਤੁਸੀਂ ਜ਼ਿਲ੍ਹਾ ਭਾਸ਼ਾ ਅਫਸਰ ਬਣ ਕੇ ਜਾਓਗੇ ਤਾਂ ਤੁਹਾਡਾ ਰਾਈਟਰਾਂ ਨਾਲ ਹੀ ਵਾਹ ਪਏਗਾ। ਤੇ ਇਸ ਤੋਂ ਵਧੀਆ ਇਹ ਹੈਗਾ ਵੀ ਅੱਜ ਤਾਂ ਤੁਸੀਂ ਚੰਡੀਗੜ੍ਹ ਸੈਕਟਰੀਏਟ ਜਾਂ ਹਿੰਦੀ ਸੈੱਲ ਸਾਡੀ ਬ੍ਰਾਂਚ ਸੀਗੀ, ਵੀ ਇੱਥੇ ਮੈਂ ਤੁਹਾਨੂੰ ਨਾ ਇੰਟਰੋਡਕਸ਼ਨ ਕਰਾਊਂਗਾ ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਤੇ ਵੀ ਉੱਥੇ ਲੈ ਕੇ ਜਾਊਂਗਾ ਤੁਹਾਨੂੰ। ਤੇ ਜਦੋਂ ਮੈਂ ਫਿਰ ਉੱਥੇ ਆਈ ਨਾ ਤਾਂ ਉੱਥੇ ਮੈਂ ਵੱਡੇ ਰਾਈਟਰਾਂ ਦੇ ਭਾਸ਼ਣ ਸੁਣੇ। ਓਹੋ, ਮੈਂ ਤੁਹਾਨੂੰ ਕੀ ਦੱਸਾਂ ਵੀ ਮੇਰਾ ਨਾ ਇੰਨਾ ਮੇਰੇ ਕਪਾਟ ਖੁੱਲ੍ਹ ਗਏ ਉਹਨਾਂ ਦੀਆਂ ਗੱਲਾਂ ਸੁਣ ਕੇ। ਜਿਸ ਤਰ੍ਹਾਂ ਡਾਕਟਰ ਲਵ ਸਿੰਘ ਖੀਵਾ ਜੀ ਦਾ ਮੈਂ ਪਹਿਲੀ ਵਾਰੀ ਭਾਸ਼ਣ ਸੁਣਿਆ, ਮੈਂ ਕਿਹਾ ਵੀ ਇਹ ਤਾਂ ਜ਼ਿੰਦਗੀ ਹੀ ਹੋਰ ਹੈ ਇਹਨਾਂ ਦੀ। ਫਿਰ ਇੱਕ ਕਾਮਰੇਡ ਗੁਰਨਾਮ ਕਮਰਾ, ਜਿਸ ਟਾਈਮ ਉਹ ਕਵਿਤਾ ਬੋਲਦੇ ਸੀ ਨਾ ਮਤਲਬ ਲੂ ਕੰਡੇ ਖੜੇ ਕਰਦੇ ਸੀ। ਫਿਰ ਇੱਕ ਬਹੁਤ ਵੱਡੇ ਵਿਦਵਾਨ ਹੈਗੇ ਡਾਕਟਰ ਸੁਖਦੇਵ ਸਿੰਘ ਸਰਸਾ, ਡਾਕਟਰ ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਦੇ ਸੀਨੀਅਰ ਪ੍ਰੋਫੈਸਰ ਨੇ ਉਹ। ਮੈਂ ਉਹਨਾਂ ਦੇ ਭਾਸ਼ਣ ਸੁਣ ਕੇ ਨਾ ਮੈਂ ਆਪਣੇ ਦਿਮਾਗ ਦੇ ਵਿੱਚ ਨਾ ਫੀਡ ਕਰ ਲਿੱਤੀਆਂ ਉਹਨਾਂ ਦੀਆਂ ਗੱਲਾਂ। ਤੇ ਫਿਰ ਮੈਂ ਸਿੱਧੂ ਸਾਹਿਬ ਦੇ ਕਹੇ ਤੋਂ ਫਿਰ ਮੈਂ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ। ਤੇ ਕਹਾਣੀਆਂ ਤਾਂ ਪਹਿਲਾਂ ਹੀ ਮੇਰੇ ਅੰਦਰ ਦਰਦ ਇੰਨਾ ਸੀਗਾ। ਤੇ ਫਿਰ ਮੈਨੂੰ ਖੀਵਾ ਸਾਹਿਬ ਕਹਿੰਦੇ ਵੀ ਤੂੰ ਆਪਣੀਆਂ ਕਹਾਣੀਆਂ ਦਿਖਾ ਜਿਹੜੀਆਂ ਲਿਖੀਆਂ ਹੋਈਆਂ। ਫਿਰ ਮੈਂ ਫੌਜੀਆਂ ਬਾਰੇ ਜਿਹੜੀਆਂ ਕਹਾਣੀਆਂ ਸੀ ਮੈਂ ਉਹਨਾਂ ਨੂੰ ਦਿਖਾਈਆਂ। ਫਿਰ ਕਹਿੰਦੇ ਵੀ ਤੇਰੀਆਂ ਕਹਾਣੀਆਂ ਦੀ ਮਤਲਬ ਐਨ ਚੰਗੀ ਤਰ੍ਹਾਂ ਵੀ ਆਟੇ ਦੀ ਛਾਨਣੀ ਵਾਂਗੂ ਛਾਣੀਆਂ ਜਾਂ। ਤਾਂ ਸਾਡੇ ਡਾਕਟਰ ਅਵਤਾਰ ਸਿੰਘ ਪਤੰਗ ਕਹਾਣੀਕਾਰ ਬੜੇ ਮਸ਼ਹੂਰ ਹੈ, ਫਿਰ ਉਹਨਾਂ ਦੀ ਡਿਊਟੀ ਲਗਾਈ ਵੀ ਤੂੰ ਇਹ ਕਿਤਾਬ ਇਹਨਾਂ ਦੀ ਪੜ੍ਹ ਕੇ ਦੱਸ ਵੀ ਕਿੱਥੇ ਬਰੀਕੀਆਂ ਇਹਨਾਂ ਨੂੰ ਦੱਸ, ਕਿੱਦਾਂ ਕਹਾਣੀ ਲਿਖੀ ਜਾਂਦੀ ਹੈ। ਤੇ ਫਿਰ ਇਹ ਜਿਹੜੀ ਹੁਣ ਤੁਹਾਡੇ ਹੱਥ ਵਿੱਚ ਕਿਤਾਬ ਹੈ, ਹਾਂਜੀ, ਇਹਦੇ ਵਿੱਚ ਕਿੰਨੀਆਂ ਕਹਾਣੀਆਂ ਤੁਸੀਂ ਦਰਜ ਕੀਤੀਆਂ ਨੇ? ਇਸ ਦੇ ਵਿੱਚ ਜੀ ਮੇਰੀਆਂ 16 ਕਹਾਣੀਆਂ ਦਰਜ ਹੈਗੀਆਂ। ਤੇ ਜਿਸ ਤਰ੍ਹਾਂ ਇਸ ਕਹਾਣੀ ਦੇ ਵਿੱਚ ਵੀ ਜਦੋਂ ਕੋਈ ਫੌਜਣ ਹੁੰਦੀ ਹੈ ਜਿਹੜੀ ਪਾਕਿਸਤਾਨ ਬਾਰੇ ਹੈ ਹਨਾ, ਪਾਕਿਸਤਾਨ ਤੇ ਹਿੰਦੁਸਤਾਨ ਤੇ ਦੋਨੋਂ ਫੌਜਣਾਂ ਇੱਕ ਦੂਜੇ ਦੀ ਵੇਟ ਕਰਦੀਆਂ। ਤੇ ਫਿਰ ਅੱਗੇ ਹੈਗਾ ਜੀ ਇਹ ਜੂਨਾ ਫੌਜਣਾਂ ਦਾ। ਤੇ ਇਸ ਕਹਾਣੀ ਦੇ ਵਿੱਚ ਵੀ ਮਤਲਬ ਇਸ ਤਰ੍ਹਾਂ ਹੀ ਹੈ। ਇਹ ਕਹਾਣੀ ਵੀ ਇਹ ਕਿਤਾਬ ਤੁਸੀਂ ਕਿੰਨੇ ਵਕਤ 'ਚ ਪੂਰੀ ਹੋ ਗਈ ਸੀਗੀ? ਕਿੰਨਾ ਸਮਾਂ ਲੱਗ ਗਿਆ ਜੀ ਕਹਾਣੀਆਂ ਨੂੰ? ਹਾਂਜੀ, ਇਹ ਜਿਹੜੀਆਂ ਕਹਾਣੀਆਂ ਨਾ ਮਤਲਬ ਲਿਖੀਆਂ ਤਾਂ ਮੈਂ ਬੜੀ ਦੇਰ ਦੀਆਂ ਹੋਈਆਂ ਸੀਗੀਆਂ। ਇਹ ਫਿਰ ਜਿਸ ਟਾਈਮ ਮੈਂ ਪਤੰਗ ਸਾਹਿਬ ਨੂੰ ਦਿੱਤੀਆਂ ਤੇ ਉਹ ਵੀ ਜੌਬ ਕਰਦੇ ਸੀਗੇ ਸਟੂਡੈਂਟਸ ਯੂਨੀਵਰਸਿਟੀ, ਜਿੰਨਾ ਕੁ ਉਹਨਾਂ ਨੂੰ ਟਾਈਮ ਲੱਗਦਾ ਸੀ, ਜਦ ਵੀ ਲੱਗਦਾ ਸੀ ਨਾ ਉਦੋਂ ਮੈਨੂੰ ਬੁਲਾ ਲੈਂਦੇ ਸੀ ਵੀ ਚੱਲ ਅੱਜ ਇੱਕ ਦੋ ਕਹਾਣੀਆਂ ਪੜ੍ਹ ਲੈ, ਅੱਜ ਆਪਾਂ ਇਹਨਾਂ ਦਾ ਦੇਖ ਲੈਂਦੇ ਹਾਂ। ਜੋ ਕੁਛ ਉਹਨਾਂ ਦਾ ਵੀ ਇਹਨਾਂ ਦੇ ਵਿੱਚ ਮੇਰੇ ਕੁਛ ਨਹੀਂ ਸੀ ਉਹਨਾਂ ਨੂੰ ਪਸੰਦ ਆਉਂਦੀਆਂ ਲਾਈਨਾਂ, ਉਹ ਮੈਨੂੰ ਦੱਸ ਦਿੰਦੇ ਸੀ ਤੁਸੀਂ ਇੱਦਾਂ ਲਿਖੋ, ਇੱਦਾਂ ਲਿਖੋ। ਇੱਦਾਂ ਕਰਦੇ ਤੁਸੀਂ ਪਾਉਣ ਤੋਂ ਪਹਿਲਾਂ ਤੁਹਾਡੇ ਹਸਬੈਂਡ ਨੇ ਉਹਨਾਂ ਨੇ ਪੜ੍ਹੀਆਂ ਸਾਰੀਆਂ ਇਹ? ਹਾਂਜੀ, ਮੇਰੇ ਹਸਬੈਂਡ ਨੇ ਸਾਰੀਆਂ ਕਹਾਣੀਆਂ ਪੜ੍ਹੀਆਂ। ਫਿਰ ਖੀਵਾ ਸਾਹਿਬ ਨੇ ਮੈਨੂੰ ਕਿਹਾ ਮਤਲਬ ਉਹ ਕਹਿੰਦੇ ਤੂੰ ਕਿਤਾਬ 'ਚ ਪਵਾ, ਕਿਉਂਕਿ ਇਹਨੇ ਕਹਿੰਦੇ ਜੇ ਤੂੰ ਲੁਧਿਆਣਾ ਸਾਹਿਤ ਅਕੈਡਮੀ ਦੀ ਮੈਂਬਰ ਬਣਨਾ ਨਾ ਉੱਥੇ ਇੱਕ ਕਿਤਾਬ ਛਪਾਉਣੀ ਜ਼ਰੂਰ ਹੁੰਦੀ ਆ। ਤੇ ਚਲੋ ਸਾਡੀ ਵੋਟ ਵੀ ਫਿਰ ਬਣ ਜਾਂਦੀ ਹੈ ਇਸ ਤਰ੍ਹਾਂ ਹੈ ਨਾ ਜੀ। ਤਾਂ ਫਿਰ ਇਹ ਕਿਤਾਬ ਮੈਂ ਮਤਲਬ 3-4 ਮਹੀਨੇ ਦਾ ਟਾਰਗੇਟ ਸੀਗਾ, ਮੇਰੀ ਕਿਤਾਬ ਛਪ ਗਈ ਸੀਗੀ। ਤੇ ਇਸ ਮੇਰੀ ਕਿਤਾਬ ਤੇ ਨਾ ਮੇਰੇ ਵਿਸ਼ੇਸ਼ ਮਹਿਮਾਨ ਸੀਗੇ ਵੀਰ ਦਵਿੰਦਰ ਸਿੰਘ ਜੀ, ਸਾਬਕਾ ਸਪੀਕਰ। ਉਹ ਮੈਨੂੰ ਪਟਿਆਲੇ ਤੋਂ ਹੀ ਜਾਣਦੇ ਸੀ, ਸਾਡੇ ਭਾਸ਼ਾ ਭਾਗ 'ਚ ਕਾਫੀ ਆਉਂਦੇ ਹੁੰਦੇ ਸੀਗੇ।
ਤੇ ਫਿਰ ਜਿਸ ਟਾਈਮ ਉਹਨਾਂ ਨੇ ਕਿਤਾਬ ਪੜ੍ਹੀ ਨਾ, ਉਹ ਕਹਿੰਦੇ ਵੀ ਉਹਨਾਂ ਨੇ ਆ ਕੇ ਭਾਸ਼ਣ 'ਚ ਕਿਹਾ, ਕਹਿੰਦੇ ਮੈਂ ਨਾ ਪਟਿਆਲੇ ਤੋਂ ਲੈ ਕੇ ਇੱਥੇ ਤੱਕ ਤੇਰੀ ਕਹਾਣੀਆਂ ਪੜ੍ਹ ਚੁੱਕਿਆ, ਕਹਿੰਦੇ ਮੈਂ ਰੋਂਦਾ ਹੀ ਆਇਆ। ਕਹਿੰਦੇ ਇੰਨੀ ਜ਼ਬਰਦਸਤ ਕਿਤਾਬ ਫੌਜੀਆਂ ਦੀ ਵੀ ਬਸ ਪੁੱਛਣਾ। ਹਾਂਜੀ, ਇਸ ਕਰਕੇ ਇਹ ਕਿਤਾਬ ਜਿਹਨੇ ਵੀ ਪੜ੍ਹੀ ਨਾ ਜੀ, ਸਭ ਨੇ ਬਹੁਤ ਜ਼ਿਆਦਾ ਪਸੰਦ ਕੀਤੀ ਇਹ ਕਿਤਾਬ। ਤਾਂ ਇਹ ਤੋਂ ਬਾਅਦ ਫਿਰ ਜਿਵੇਂ ਥੋੜੀ ਦੂਜੀਆਂ ਕਿਤਾਬਾਂ ਨੇ, ਹੁਣ ਤੱਕ ਤੁਸੀਂ 3 ਕਿਤਾਬਾਂ ਤੁਹਾਡੀਆਂ ਆ ਚੁੱਕੀਆਂ ਨੇ, ਚੌਥੀ ਹੁਣ ਹਾਲ ਹੀ ਦੇ ਵਿੱਚ ਪੱਥਰੜਾ ਤਿਆਰ ਹੈ। ਹਾਂਜੀ, ਤੇ ਇਹ ਵੱਡੀਆਂ ਕਹਾਣੀਆਂ ਨੇ। ਬਾਕੀ ਤੁਹਾਡਾ ਜਿਵੇਂ ਪਛਾਣ ਹੁੰਦੀ ਹੈ ਵੀ ਮਿੰਨੀ ਕਹਾਣੀ ਤੋਂ, ਨਿੱਕੀ ਕਹਾਣੀ ਤੋਂ, ਅਗਲੀਆਂ ਕਿਤਾਬਾਂ ਦੇ ਵਿੱਚ ਤੁਹਾਡੀਆਂ ਕਹਾਣੀਆਂ ਨਿੱਕੀਆਂ ਨੇ। ਹਾਂਜੀ, ਉਹ ਫਿਰ ਵੱਡੀ ਕਹਾਣੀ ਤੋਂ ਨਿੱਕੀ ਕਹਾਣੀ ਵੱਲ ਕਿਵੇਂ ਜਾਣਾ ਪੈ ਗਿਆ? ਤੇ ਉਹ ਤਾਂ ਇਹ ਹੈ ਨਾ ਜੀ ਵੀ ਮੈਂ ਨਾ ਵੀ ਇਹਦੇ ਜਿਸ ਤਰ੍ਹਾਂ ਕੋਈ ਸਬਜੈਕਟ ਹੋਏਗਾ, ਜੇ ਵੱਡੀ ਕਹਾਣੀ ਦਾ ਤਾਂ ਵੱਡੀ ਲਿਖੀ ਜਾਂਦੀ ਆ। ਤੇ ਯਾਨੀ ਕਿ ਇਹ ਤੋਂ ਬਿਨਾਂ ਹੋਰ ਕਿੰਨੇ ਵਿਸ਼ੇ ਤੁਸੀਂ ਜਿਹੜਾ ਲਿਖਿਆ ਇਹਨੂੰ ਲੈ ਕੇ? ਜਿਹੜੀ ਪਹਿਲੀ ਕਿਤਾਬ ਉਹ ਜਿਹੜੀ ਨਰੋਲ ਹੈ, ਮੈਨੂੰ ਲੱਗਦਾ ਉਹ ਫੌਜੀ ਜ਼ਿੰਦਗੀ ਦੇ ਉੱਤੇ ਹੈ। ਤੇ ਉਸ ਤੋਂ ਬਾਅਦ ਜਿਵੇਂ ਫਿਰ ਤੁਸੀਂ ਕਿਤਾਬ ਲਿਖਣ ਲੱਗੇ, ਉਸ ਤੋਂ ਬਾਅਦ ਫਿਰ ਮਿਲਵਰਤਨ ਬਣ ਗਿਆ, ਕਵੀਆਂ ਦੇ ਵਿੱਚ ਲੇਖਕਾਂ ਵਿੱਚ ਜਾਣ ਦਾ ਮੌਕਾ ਮਿਲਿਆ, ਫਿਰ ਤੁਸੀਂ ਹੋਰ ਇਹਨੂੰ ਆਪਣੇ ਦਾਇਰੇ ਨੂੰ ਵੱਡਾ ਕਰ ਲਿਆ। ਫਿਰ ਤਾਂ ਮੈਂ ਮਿੰਟ ਚ ਕਹਾਣੀਆਂ ਲਿਖ ਦਿੰਦੀ ਸੀਗੀ। ਹੁਣ ਤਾਂ ਨਾ ਲੋਕ ਨਾ ਮੇਰੇ ਤੋਂ ਡਰਦੇ ਮਾਰੇ ਨਾ ਮੇਰੇ ਕੋਲ ਨਹੀਂ ਖੜਦੇ, ਕਹਿੰਦੇ ਵੀ ਇਹਦਾ ਕੋਈ ਪਤਾ ਨਹੀਂ ਕਦ ਸਾਡੀ ਕਹਾਣੀ ਬਣਾ ਦੇਵੇ। ਤੇ ਉਹ ਪਿੱਛੇ ਜੇ ਜੀ ਕਿ ਸੀਗੇ ਆਪਣਾ ਕਾਮਰੇਡ ਬਲਵੰਤ ਸਿੰਘ, MLA ਵੀ ਰਹੇ ਰਾਜਪੁਰੇ ਦੇ ਸੀ, ਬੜੇ ਮਸ਼ਹੂਰ ਸੀਗੇ, ਬੜੇ ਫੇਮਸ ਬੰਦੇ। ਉਹਨਾਂ ਦੀ ਡੈਥ ਹੋ ਗਈ, ਤੇ ਉਹਨਾਂ ਦੀ ਡੈਥ ਹੋਈ ਨਾ 25 ਸੈਕਟਰ ਦੇ ਵਿੱਚ ਸ਼ਮਸ਼ਾਨ ਘਾਟ ਸਾਰੇ ਪਹੁੰਚੇ ਹੋਏ ਸੀਗੇ। ਤੇ ਜਿਹੜੇ ਕਾਮਰੇਡ ਹੁੰਦੇ ਆ ਨਾ, ਇਹ ਨਾ ਤਾਂ ਘੜੇ ਭੰਨਦੇ ਆ ਨਾ ਅਰਦਾਸ ਕਰਾਉਂਦੇ ਆ, ਹਨਾ, ਇਹ ਜਿਹੇ ਚੋਚਲੇ ਨਹੀਂ ਕਰਦੇ ਹੈਗੇ ਜਿੱਦਾਂ ਆਮ ਲੋਕ ਕਰਦੇ ਆ। ਤੇ ਉੱਥੇ ਨਾ ਤਾਂ ਉਹਨਾਂ ਦਾ ਘੜਾ ਭੰਨਿਆ, ਤੇ ਸਿੱਧੇ ਹੋ ਕੇ ਰਿਮੇਸ਼ਨ ਗਰਾਊਂਡ 'ਚ ਲੈ ਗਏ। ਉੱਥੇ ਬਸ ਜਿੱਦਾਂ ਆਮ ਬੰਦਿਆਂ ਵਾਂਗੂ ਕਰਤਾ, ਕਿਸੇ ਨੇ ਕੀਰਤਨ ਛੋਲੇ ਦਾ ਪਾਠ ਨਹੀਂ ਕੀਤਾ, ਕੁਛ ਨਹੀਂ, ਬਸ ਕਹਿਤਾ ਜੀ ਭੋਗ ਇੱਦਾਂ ਇੰਨੇ ਤਰੀਕ ਨੂੰ ਪਏਗਾ। ਤੇ ਉੱਥੇ ਕਾਮਰੇਡ ਸਭ ਦੇ ਰਿਸ਼ਤੇਦਾਰ ਪਿੰਡ ਦੀਆਂ ਖੜੀਆਂ ਸੀ ਵਿਚਾਰੀਆਂ। ਤੇ ਉਹ ਇੱਕ ਕਹਿੰਦੇ ਵੀ ਲੈ, ਕਹਿੰਦੇ ਮਾਰੇ ਮਾਮੇ ਕਾ ਤੋ ਇਬ ਕਹਤੀ ਗਤੀ ਨਹੀਂ ਹੋਏਗੀ। ਉਹਨਾਂ ਨੇ ਮਾਰੇ ਥਾਰੇ ਵਾਲੀ ਬੋਲੀ 'ਚ ਬੋਲੀ, ਕਹਿੰਦੇ ਮਾਰਾ ਮਾਮਾ ਤਾਂ ਇਬ ਰੁਲਦਾ ਹੀ ਫਿਰੇਗਾ ਹੈ। ਤੇ ਉਹ ਇੱਕ ਬੰਦਾ ਕਾਮਰੇਡ ਸੁਣ ਰਿਹਾ ਸੀ ਉਹਦੀ ਗੱਲ, ਕਹਿੰਦੇ ਵੀ ਤੁਹਾਡਾ ਮਾਮਾ ਕਿਉਂ ਰੁਲਦਾ ਫਿਰੇਗਾ? ਤੇ ਕਹਿੰਦੇ ਨਾ ਘੜਾ ਭੰਨਿਆ, ਨਾ ਕੁਛ ਕਰਿਆ, ਕਹਿੰਦੇ ਨਾ ਰੀਤੀ ਰਿਵਾਜ ਅਪਣਾਏ, ਵੀ ਘੱਟੋ ਘੱਟ ਪਾਠ ਕਰਾਉਣਾ ਚਾਹੀਦਾ ਸੀ, ਇਹ ਕਰਾਉਣਾ ਚਾਹੀਦਾ ਸੀ। ਉਹ ਰੋਣ ਲੱਗ ਗਈ ਵੀ ਵਿਚਾਰੀ ਉਹਦੀ ਆਤਮਾ ਤਾਂ ਕਹਿੰਦੀ ਕਦੀ ਵੀ ਉਹ ਭਟਕਦੀ ਫਿਰੇਗੀ ਹਮੇਸ਼ਾ ਹੀ। ਤੇ ਫਿਰ ਉਹਨਾਂ ਨੇ ਕਿਹਾ ਕਾਮਰੇਡ ਸਾਹਿਬ ਨੇ, ਕਹਿੰਦੇ ਵੀ ਕੁੜੀਏ ਤੈਨੂੰ ਪਤਾ ਨਹੀਂ ਤੇਰਾ ਮਾਮਾ ਕੀ ਚੀਜ਼ ਸੀ। ਤੇਰੇ ਮਾਮੇ ਨੇ ਤੈਨੂੰ ਪਤਾ ਨਹੀਂ ਕਿੰਨੇ ਕੁ ਗਰੀਬ ਘਰਾਂ ਦੀਆਂ ਗਤੀਆਂ ਕਰਾਤੀਆਂ, ਕਿੰਨੇ ਕੁ ਬੜੇ ਬੜੇ ਬੰਦਿਆਂ ਦੀਆਂ ਗਤੀਆਂ ਕਰਾਤੀਆਂ, ਕਿੰਨੀਆਂ ਕੁ ਨੌਕਰੀਆਂ ਦਵਾਈਆਂ, ਕਿੰਨਿਆਂ ਦੇ ਪਿੱਛੇ ਲੜਾਈ ਕਰਦਾ ਰਿਹਾ। ਵੀ ਇੰਨੀ ਜਿਹੜੀ ਤੂੰ ਸੰਗਤ ਦੇਖ ਰਹੀ ਆ, ਇੰਨੀ ਦੁਨੀਆ ਇਕੱਠੀ ਹੋਈ ਆ, ਉਹ ਇਸ ਕਰਕੇ ਨਹੀਂ ਹੋਈ ਵੀ ਉਹਦੀ ਗਤੀ ਨਹੀਂ ਹੋਏਗੀ, ਇਹ ਉਹਦੀ ਗਤੀ ਦੀ ਜਿੱਤ ਪ੍ਰਾਪਤ ਹੈ ਜਿੱਥੇ ਇੰਨੀ ਦੁਨੀਆ ਆਈ ਹੈ, ਕਿ ਵੀ ਉਹਨਾਂ ਨੇ ਵੀ ਇੰਨੇ ਲੋਕਾਂ ਦੇ ਉਹ ਕੰਮ ਕੀਤੇ। ਤੇ ਉਹ ਫਿਰ ਮੈਂ ਇਹ ਉਹਨਾਂ ਦੀ ਕਹਾਣੀ ਜਦੋਂ ਸੁਣਾਈ ਨਾ ਕਾਮਰੇਡ ਗੁਰਨਾਮ ਕੰਵਰ ਜੀ ਨੂੰ ਜਾ ਕੇ, ਉਹ ਬੜਾ ਹੱਸੇ, ਕਹਿੰਦੇ ਦੱਸ, ਕਹਿੰਦੇ ਇਹ ਸ਼ਮਸ਼ਾਨ ਘਾਟ 'ਚ ਵੀ ਕਹਾਣੀਆਂ ਬਣਾ ਲਿਆਂਦੀ ਆ। ਇਸ ਤਰ੍ਹਾਂ ਮੇਰਾ ਇਹ ਪਤਾ ਨਹੀਂ ਪ੍ਰਮਾਤਮਾ ਵੱਲੋਂ ਹੀ ਕਿਰਪਾ ਹੈਗੀ ਆ ਵੀ ਮੈਂ 1 ਮਿੰਟ ਲਾਉਂਦੀ ਆ ਕਹਾਣੀਆਂ ਲਿਖਣ ਨੂੰ। ਇਹ ਕਿੰਨਾ ਜ਼ਿੰਦਗੀ ਜਦੋਂ ਲੰਘਦੀ ਆ ਤਾਂ ਲੇਖਕ ਥੋੜਾ ਜਿਹਾ ਸੰਵੇਦਨਸ਼ੀਲ ਹੋ ਜਾਂਦਾ ਹੈ। ਹਾਂਜੀ, ਆਮ ਘਟਨਾ ਤਾਂ ਵਾਪਰਦੀਆਂ ਨੇ, ਪਰ ਲੇਖਕ ਲਈ ਉਹ ਜ਼ਿਆਦਾ ਬਰੀਕੀ ਨਾਲ ਉਹਨੂੰ ਵਾਚਦਾ, ਉਹਦੇ ਲਈ ਖਾਸ ਹੁੰਦੀਆਂ ਨੇ। ਹਾਂਜੀ ਹਾਂਜੀ। ਤਾਂ ਕਿੰਨੀਆਂ ਕਹਾਣੀਆਂ ਤੁਸੀਂ ਲਿਖੀਆਂ, ਪਰ ਕੁਝ ਕਹਾਣੀਆਂ ਥੋੜੀ ਜ਼ਿਆਦਾ ਕਰੀਬ ਹੁੰਦੀਆਂ ਨੇ। ਉਹ ਇੱਕਦਮ ਹੀ ਜੇ ਤੁਹਾਨੂੰ ਕੋਈ ਪੁੱਛਦਾ ਵੀ ਕੋਈ ਕਹਾਣੀ ਤੁਹਾਡੇ ਜ਼ਿਹਨ 'ਚ ਆਉਂਦੀ ਹੈ ਤਾਂ ਉਹ ਯਾਦ ਆ ਜਾਂਦੀਆਂ ਨੇ। ਇਹਨਾਂ ਵਿੱਚੋਂ ਕੁਝ ਘਟਨਾਵਾਂ ਮੈਂ ਚਾਹੂੰਗਾ ਜ਼ਰੂਰ ਜਿਹੜੀ ਤੁਹਾਡੀ ਕਹਾਣੀ ਨਾਲ ਜੁੜੀਆਂ ਹੋਈਆਂ ਨੇ, ਉਹ ਸਾਡੇ ਨਾਲ ਸਾਂਝੀਆਂ ਕਰੋ 1-2। ਹਾਂਜੀ, ਆਹ ਹੀ ਇਹਦੇ ਵਿੱਚ ਲਿਖੀਆਂ ਹੋਈਆਂ 2 ਸ਼ਬਦ ਦੇ ਵਿੱਚ, ਜਿਸ ਤਰ੍ਹਾਂ ਫੌਜੀ ਦਾ ਤਾਂ ਜਿਉਂਦੇ ਦਾ ਵੀ ਮੁੱਲ ਤੇ ਮਰੇ ਦਾ ਵੀ ਮੁੱਲ, ਪਰ ਫੌਜਣ ਜਿਉਂਦਿਆਂ ਵੀ ਮਰਿਆ ਬਰਾਬਰ। ਇਹ ਮੇਰੀ ਕਹਾਣੀ ਦਾ ਡਾਇਲੌਗ ਹੈ। ਤੇ ਦੂਜਾ, ਦੇਖ ਫੌਜੀਆ, ਤੂੰ ਤਾਂ ਸਰਹੱਦ ਤੇ ਸਿਰਫ ਦੇਸ਼ ਦੇ ਦੁਸ਼ਮਣਾਂ ਨਾਲ ਲੜਦਾ ਹੈ, ਪਰ ਤੇਰੀ ਫੌਜਣ ਆਪਣੇ ਦੇ ਭੇਸ ਵਿੱਚ ਫਿਰਦੇ ਅਨੇਕਾਂ ਦੁਸ਼ਮਣਾਂ ਨਾਲ ਨਿੱਤ ਨਵੀਆਂ ਲੜਾਈਆਂ ਲੜਦੀ ਏ, ਉਹ ਵੀ ਬਗੈਰ ਹਥਿਆਰਾਂ ਤੋਂ। ਇਹ ਤਾਂ ਲਿਖਿਆ ਜਿਹੜੇ ਸ਼ਰੀਕ ਕਦੀ ਉੱਧਰ ਨੂੰ ਮੋਢਾ ਮਾਰ ਲੰਘ ਜਾਂਦਾ, ਵਿਚਾਰੀ ਫੌਜਣ ਤੁਰੀ ਜਾਂਦੀ ਤੇ ਕੋਈ ਉੱਧਰ ਨੂੰ, ਵੀ ਹਰ ਕੋਈ ਚਾਹੁੰਦਾ ਵੀ ਮੈਂ ਇਸ ਨੂੰ ਰਸਗੁੱਲਾ ਸਮਝ ਕੇ ਮੂੰਹ 'ਚ ਪਾ ਲਵਾਂ। ਉਹ ਇਹ ਤੁਸੀਂ ਇਹ ਚੀਜ਼ ਲਿਖੀ ਹੈ, ਕਾਫੀ ਵੱਡੀ ਤਰਾਸਦੀ ਹੈ ਹਰੇਕ ਖਿੱਤੇ ਦੀ, ਹਨਾ, ਪਿੰਡਾਂ ਦੇ ਵਿੱਚ ਹੀ, ਪਿੰਡੂ ਜੀਵਨ ਦੇ ਵਿੱਚ ਹੀ ਰਿਹਾ। ਪਰ ਦੇਖੋ ਇੱਥੇ ਤਾਂ ਕਈ ਵਾਰ ਉਹਨੂੰ ਹੌਸਲਾ ਹੈ ਕਿ ਮੇਰਾ ਜਿਹੜਾ ਘਰ ਵਾਲਾ ਆ ਉਹ ਜਿਉਂਦਾ ਜਾਗਦਾ ਉੱਥੇ ਬੈਠਾ, ਪਰ ਕਈ ਤਰਾਸਦੀਆਂ ਇਹੋ ਜਿਹੀਆਂ ਨੇ ਕਿ ਉਹਨਾਂ ਨੂੰ ਵਿਆਹ ਹੋਏ ਨੂੰ ਕੁਝ ਸਮਾਂ ਹੋਇਆ ਹੁੰਦਾ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਇਹ ਜੰਗਾਂ ਲੈ ਲੈਂਦੀਆਂ ਨੇ। ਤੇ ਅਜਿਹੀਆਂ ਘਟਨਾਵਾਂ ਵੀ ਤੁਸੀਂ ਕਹਾਣੀ ਲਿਖਣ ਲੱਗੇ ਕਿੰਨੀਆਂ ਤੁਹਾਨੂੰ ਮਿਲੀਆਂ ਹੋਣਗੀਆਂ, ਜਿਨ੍ਹਾਂ ਨੂੰ ਦੇਖ ਕੇ ਵੀ ਕਈ ਵਾਰ ਅੱਖਾਂ 'ਚ ਹੰਝੂ ਆ ਜਾਂਦੇ ਨੇ। ਹਾਂਜੀ, ਇਹ ਜਿਹੜੀ ਇਹ ਕਹਾਣੀ ਸੀ ਦੇ ਵਿੱਚ ਤੱਕ ਮੈਂ ਇਹ ਕੁਰਬਾਨੀ ਲਿਖੀ ਆ, ਬਾਕੀ ਹੋਰ ਮੇਰੇ ਦਿਮਾਗ 'ਚ ਹੈਗੀ ਆ, ਉਹ ਹੁਣ ਮੈਂ ਦੁਬਾਰਾ ਲਿਖਾਂਗੀ ਜਿਹੜੀਆਂ ਇਹ ਕਹਾਣੀਆਂ। ਤੇ ਜ਼ਿਆਦਾ ਕਰਕੇ ਨਾ ਜਿਹੜੀਆਂ ਕਾਰਗਲ ਅਫੈਕਟਡ
ਕੁੜੀਆਂ ਹੈਗੀਆਂ ਤੇ ਉਹਨਾਂ ਨੇ ਵੀ ਮੈਨੂੰ ਕਈਆਂ ਨੇ ਕਿਹਾ ਹੋਇਆ ਵੀ ਮੈਡਮ ਤੁਸੀਂ ਸਾਡੇ ਤੇ ਵੀ ਕਹਾਣੀਆਂ ਲਿਖੋ। ਉਹ ਫਿਰ ਬਸ ਮੇਰੇ ਹਸਬੰਡ ਦੀ ਤਬੀਅਤ ਜ਼ਿਆਦਾ ਖਰਾਬ ਹੋਣ ਕਰਕੇ ਨਾ ਮੇਰਾ ਧਿਆਨ ਸਾਰਾ ਉਹਨਾਂ ਵੱਲ ਹੀ ਚਲਾ ਗਿਆ ਤੇ ਮੈਂ ਇੱਧਰ ਆਪਣੇ ਸਾਹਿਤਕ ਖੇਤਰ ਤੋਂ ਥੋੜੀ ਦੂਰ ਰਹਿ ਗਈ। ਤੇ ਹੁਣ ਉਹ ਜਿਹੜੀਆਂ ਕਾਰਗਲ ਵਾਲੀਆਂ ਲੇਡੀਜ਼ ਆ ਨਾ ਉਹਨਾਂ ਦੀ ਇਹ ਪ੍ਰੋਬਲਮ ਹੈ, ਹੁਣ ਜਿੱਦਾਂ ਨਵੀਆਂ ਵਿਆਹੀਆਂ ਨਵੇਂ ਮੁੰਡੇ ਕਾਰਗਲ 'ਚ ਵਿਚਾਰੇ ਸ਼ਹੀਦ ਹੋ ਗਏ ਤੇ ਉਹਨਾਂ ਨੂੰ ਤਾਂ ਚਲੋ ਉਹਨਾਂ ਦੇ ਜਿਹੜੇ ਪੇਰੈਂਟਸ ਹੈ ਉਹ ਕਹਿੰਦੇ ਵੀ ਜਿਹੜੀਆਂ ਕੁੜੀਆਂ ਇਹਨਾਂ ਨੂੰ ਤਾਂ ਨੌਕਰੀਆਂ ਵੀ ਮਿਲ ਜਾਂਦੀਆਂ, ਠੀਕ ਹੈ ਨਾ, ਇਹ ਆਪਣੇ ਪੈਰਾਂ ਤੇ ਖੜੀਆਂ ਹੋ ਜਾਂਦੀਆਂ, ਇਹਨਾਂ ਨੂੰ ਪੈਨਸ਼ਨ ਵੀ ਲੱਗ ਜਾਂਦੀ ਹੈ, ਇਹਨਾਂ ਨੂੰ ਫੌਜੀਆਂ ਦੇ ਪੈਸੇ ਵੀ ਮਿਲ ਜਾਂਦੇ ਆ ਤੇ ਜਿਹੜੇ ਮਾਂ-ਬਾਪ ਉਹ ਰੁਲਦੇ ਆ ਸੜਕਾਂ ਤੇ, ਉਹ ਵਿਚਾਰੇ ਭੁੱਖੇ ਮਰਦੇ। ਉਹ ਕਹਿੰਦੇ ਸਾਨੂੰ ਵੀ ਕੋਈ ਹੱਕ ਮਿਲੇ, ਸਾਨੂੰ ਵੀ ਹੱਕ ਦੇਣਾ ਚਾਹੀਦਾ। ਬੇਸ਼ੱਕ ਮੇਰਾ ਖਿਆਲ ਸਰਕਾਰ ਦੇ ਰੂਲ ਹੈ ਵੀ ਪੇਰੈਂਟਸ ਨੂੰ ਵੀ ਥੋੜਾ ਬਹੁਤ ਮਿਲਦਾ ਹੈਗਾ, ਪਰ ਇਹਨਾਂ ਗੱਲਾਂ ਦੇ ਵਿੱਚ ਨਾ ਵੀ ਇਹਨਾਂ ਦੀ ਆਪਸ 'ਚ ਨਾ ਬੜੀ ਖਿੱਚਤੂ ਹੁੰਦੀ ਹੈ ਇਹਨਾਂ ਰਿਸ਼ਤਿਆਂ ਦੇ ਵਿੱਚ। ਜਦੋਂ ਤੁਸੀਂ ਇਹ ਫੌਜ ਦੀ ਜ਼ਿੰਦਗੀ ਦੇ ਉੱਤੇ ਲਿਖਣਾ ਸ਼ੁਰੂ ਕੀਤਾ, ਤੁਹਾਡੇ ਅਖਬਾਰਾਂ ਛਪਦਿਆਂ ਕੋਈ ਕਿਸੇ ਦੇ ਫੋਨ ਵੀ ਆਉਂਦੇ ਹੋਣਗੇ ਕਿ ਜ਼ਿੰਦਗੀ ਨਾਲ ਜੁੜੇ ਹੋਏ ਕੋਈ ਖਾਸ ਗੱਲਾਂ ਵੀ ਹੁੰਦੀਆਂ ਹੋਣਗੀਆਂ, ਉਹ ਵੀ ਸਾਡੇ ਨਾਲ ਸਾਂਝੇ ਕਰੋ ਵਾਕਿਆ। ਹਾਂਜੀ, ਖਾਸ ਗੱਲ ਮੈਂ ਇਹ ਸਾਂਝੀ ਕਰਾਂਗੀ, ਉਹ ਮੈਨੂੰ ਕਦੀ ਵੀ ਨਹੀਂ ਭੁੱਲਦੀ। ਤੇ ਮੈਂ ਲਿਖਿਆ ਸੀ ਫੌਜੀ ਹੁੰਦੇ ਰੱਬ ਵਰਗੇ, ਤੇ ਜਦ ਇਹ ਮੇਰਾ ਆਰਟੀਕਲ ਅਖਬਾਰ ਦੇ ਵਿੱਚ ਆਇਆ ਤਾਂ ਮੈਨੂੰ ਬਹੁਤ ਲੋਕਾਂ ਦੇ ਫੋਨ ਆਏ, ਬੜੇ ਦੁਨੀਆ ਦੇ ਫੋਨ ਆਏ, ਫੌਜੀਆਂ ਦੇ ਵੀ ਆਏ ਤੇ ਫੌਜਣਾਂ ਦੇ ਵੀ ਆਏ। ਤਾਂ ਪਰ ਇੱਕ ਫੌਜੀ ਨੇ ਤਾਂ ਨਾ ਮੈਨੂੰ ਨਾ ਸੱਚੀ ਰਵਾ ਹੀ ਦਿੱਤਾ ਤੇ ਮੈਂ ਰੋਣ ਲੱਗੀ। ਮੈਂ ਆਪਣੇ ਹਸਬੈਂਡ ਨੂੰ ਕਿਹਾ, ਮੈਂ ਕਿਹਾ ਵੀ ਫੌਜੀ ਸਾਹਿਬ, ਮੈਂ ਕਿਹਾ ਵੀ ਦੇਖ ਲਓ ਵੀ ਸੱਚਮੁੱਚੀ ਮੈਂ ਕਿਹਾ ਮੇਰੀਆਂ ਤਾਂ ਗੱਲਾਂ ਕਲਕੱਤੇ ਤੱਕ ਹੋ ਗਈਆਂ। ਤਾਂ ਜਿਸ ਤਰ੍ਹਾਂ ਉਹ ਫੌਜੀ ਦਾ ਫੋਨ ਆਇਆ, ਕਹਿੰਦਾ ਮੈਡਮ ਜੀ ਮੈਂ ਨਾ ਕਲਕੱਤੇ ਤੋਂ ਬੋਲ ਰਿਹਾ, ਕਹਿੰਦਾ ਲੜਾਕੂ ਜਹਾਜ਼ ਅੱਜ ਹੀ ਤਿਆਰ ਹੋਇਆ, ਕਹਿੰਦਾ ਉਸ ਦੇ ਵਿੱਚ ਬੈਠਾ, ਉਸ 'ਚ ਬੈਠ ਕੇ ਨਾ ਮੈਂ ਪਹਿਲੀ ਵਾਰੀ ਮੈਂ ਉਸ ਜਹਾਜ਼ 'ਚ ਬੈਠਾ, ਪਹਿਲੀ ਵਾਰੀ ਮੈਂ ਤੁਹਾਨੂੰ ਫੋਨ ਕਰ ਰਿਹਾ ਕਿਉਂਕਿ ਕਹਿੰਦਾ ਤੁਹਾਡਾ ਮੈਂ ਬਹੁਤ ਸ਼ੁਕਰਗੁਜ਼ਾਰ ਹੈਗਾ, ਕਿਉਂਕਿ ਕਹਿੰਦਾ ਜਿਹੜੀ ਮੇਰੀ ਵਾਈਫ ਸੀਗੀ ਨਾ, ਅਜੇ ਮੇਰੇ ਵਿਆਹ ਹੋਏ ਨੂੰ ਕਹਿੰਦਾ ਸਾਲ ਵੀ ਨਹੀਂ ਹੋਇਆ ਤੇ ਕਹਿੰਦਾ ਮੇਰੀ ਮਿਸਿਸ BA ਪਾਸ ਸੀਗੀ ਤੇ ਕਹਿੰਦਾ ਉੱਥੇ ਛੱਡ ਕੇ ਆਇਆ ਆਪਣੇ ਘਰ, ਕਹਿੰਦਾ ਉਹਦੀ ਚਿੱਠੀ ਆ ਗਈ, ਮੈਂ ਤਾਂ ਜਾਂ ਤੇਰੇ ਨਾਲ ਰਹਾਂਗੀ ਜਾਂ ਮੈਂ ਤੇਰੇ ਮਾਂ-ਬਾਪ 'ਚ ਨਹੀਂ ਰਹਿ ਸਕਦੀ, ਜਾਂ ਮੈਂ ਆਪਣੇ ਘਰ ਵਾਪਸ ਚੱਲੀ ਹਾਂ। ਕਹਿੰਦੇ ਮੈਂ ਉਹਨੂੰ ਬੜਾ ਸਮਝਾਇਆ, ਘਰਦਿਆਂ ਨੇ ਵੀ ਬੜਾ ਸਮਝਾਇਆ, ਉਹਦੇ ਘਰਦਿਆਂ ਨੇ ਵੀ ਬੜਾ ਸਮਝਾਇਆ ਕੁੜੀ ਦੇ, ਪਰ ਕਹਿੰਦੇ ਉਹ ਮੰਨੀ ਨਹੀਂ ਹੈਗੀ। ਤੇ ਕਹਿੰਦੇ ਹੁਣ ਫੀਲਡ 'ਚ ਅਸੀਂ ਫੌਜੀ ਕਿੱਦਾਂ ਆਪਣੀ ਫੈਮਲੀਆਂ ਨੂੰ ਲਿਆ ਸਕਦੇ ਹਾਂ, ਹੈ ਨਾ। ਦੂਜੇ ਪਾਸੇ ਤਾਂ ਜਦ ਤੁਸੀਂ ਆਮ ਸਟੇਸ਼ਨਾਂ 'ਤੇ ਹੁੰਦੇ ਉੱਥੇ ਤਾਂ ਤੁਹਾਡੀਆਂ ਫੈਮਲੀਆਂ ਨਾਲ ਹੀ ਹੋਣਗੀਆਂ, ਪਰ ਉੱਥੇ ਕਹਿੰਦੇ ਮੈਂ ਨਾਲ ਲਿਜਾ ਨਹੀਂ ਸੀ ਸਕਦਾ ਉਸ ਨੂੰ। ਤੇ ਕਹਿੰਦੇ ਰੁੱਸ ਕੇ ਆਪਣੇ ਪੇਕੇ ਚਲੀ ਗਈ। ਕਹਿੰਦਾ ਉਧਰੋਂ ਵੀ ਜਦ ਇਹ ਵੀ ਸਾਨੂੰ ਨਾ ਆਪਣੀਆਂ ਫੌਜਣਾਂ ਦਾ ਵੀ ਜਿਹੜਾ ਉਹ ਹੈ ਨਾ ਸਹਿਯੋਗ ਉਹ ਪੂਰਾ ਮਿਲਣਾ ਚਾਹੀਦਾ। ਜੇ ਅਸੀਂ ਘਰੋਂ ਸੁਖੀ ਹੋਵਾਂਗੇ, ਮਾਂ ਬਾਪ ਵੱਲੋਂ ਸੁਖੀ ਹੋਵਾਂਗੇ, ਤਾਂ ਹੀ ਅਸੀਂ ਦੇਸ਼ ਦੀ ਰੱਖਿਆ ਆਰਾਮ ਨਾਲ ਕਰ ਸਕਦੇ ਹਾਂ ਨਾ। ਤੇ ਕਹਿੰਦੇ ਜੇ ਦਿਮਾਗ ਹੀ ਸਾਡਾ ਅਪਸੈਟ ਹੋਏਗਾ ਤਾਂ ਫਿਰ ਅਸੀਂ ਕਿੱਦਾਂ ਦੇਸ਼ ਦੀ ਰੱਖਿਆ 'ਚ ਸਾਡਾ ਧਿਆਨ ਜਾਏਗਾ। ਇਸ ਕਰਕੇ ਸਾਡਾ ਮਨ ਬਿਲਕੁਲ ਸ਼ਾਂਤ ਫ੍ਰੀ ਹੋਣਾ ਚਾਹੀਦਾ। ਕਹਿੰਦਾ ਮੇਰਾ ਬੜਾ ਮਾਈਂਡ ਅਪਸੈਟ ਤੇ ਵੀ ਅਜੇ ਹੁਣ ਯਾਰ ਵਿਆਹ ਹੋਇਆ ਤੇ ਹੁਣੀ ਉਹ ਰੁੱਸ ਕੇ ਵੀ ਚਲੀ ਗਈ। ਤੇ ਕਹਿੰਦੇ ਫਿਰ ਮੈਨੂੰ ਉਸ ਕੁੜੀ ਨੇ ਇੱਕ ਦਿਨ ਅਚਾਨਕ ਹੀ ਫੋਨ ਕੀਤਾ ਤੇ ਕਹਿੰਦੇ ਮੈਨੂੰ ਪੁੱਛਿਆ ਵੀ ਤੁਸੀਂ ਕਿੱਥੋਂ ਫੋਨ ਕਰ ਰਹੇ ਆ, ਕਹਿੰਦੀ ਮੰਮੀ ਡੈਡੀ ਦੇ ਘਰੋਂ। ਤੇ ਕਹਿੰਦੇ ਮੈਂ ਕਿਹਾ ਤੂੰ ਆਪਣੇ ਮੰਮੀ ਡੈਡੀ ਦੇ ਕਿ ਮੇਰੇ, ਕਹਿੰਦੇ ਨਹੀਂ ਮੈਂ ਤੁਹਾਡੇ ਮੰਮੀ ਡੈਡੀ ਦੇ। ਕਹਿੰਦੇ ਮੈਂ ਹੈਰਾਨ ਰਹਿ ਗਿਆ, ਕਹਿੰਦੇ ਮੈਂ ਕਿਹਾ ਵੀ ਤੂੰ ਮੇਰੇ ਮੰਮੀ ਡੈਡੀ ਦੇ ਘਰੋਂ ਕਿੱਦਾਂ ਫੋਨ ਕਰਨ ਆ ਗਈ ਹੈ। ਕਹਿੰਦੇ ਮੇਰੇ ਪਾਪਾ ਮੈਨੂੰ ਛੱਡਣ ਆਏ ਸੀਗੇ ਤੇ ਕਹਿੰਦੇ ਹੁਣ ਨਹੀਂ ਮੈਂ ਰੁੱਸ ਕੇ ਜਾਂਦੀ, ਵੀ ਮੇਰੀ ਗਲਤੀ ਮਾਫ ਕਰ ਦਿਓ। ਤੇ ਕਹਿੰਦੇ ਵੀ ਤੇਰੇ 'ਚ ਇੰਨੀ ਤਬਦੀਲੀ ਕਿਵੇਂ ਆਈ, ਕਹਿੰਦੀ ਕਿ ਮੈਡਮ ਮਨਜੀਤ ਕੌਰ ਦਾ ਆਰਟੀਕਲ ਛਪਿਆ ਸੀ ਫੌਜੀ ਹੁੰਦੇ ਰੱਬ ਵਰਗੇ, ਕਹਿੰਦੀ ਉਹ ਇੰਨਾ ਵਧੀਆ ਆਰਟੀਕਲ ਸੀ ਨਾ, ਕਹਿੰਦੀ ਉਹਨਾਂ ਦੇ ਨਾਲ ਹੀ ਬਿੱਤਿਆ ਹੋਇਆ। ਕਹਿੰਦੀ ਮੈਂ ਉਹ ਪੜ੍ਹਿਆ, ਉਹ ਪੜ੍ਹ ਕੇ ਨਾ ਮੇਰਾ ਮਨ ਪਸੀਜ ਗਿਆ ਵੀ ਮੈਂ ਤਾਂ ਨਾ ਵੀ ਮੈਂ ਕਿਉਂ ਆਪਣੇ ਫੌਜੀ ਨੂੰ ਛੱਡ ਕੇ ਆਈ ਹਾਂ। ਇਸ ਕਰਕੇ ਕਹਿੰਦੀ ਮੈਂ ਅੱਜ ਤੋਂ ਬਾਅਦ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਮਿਲੇਗੀ। ਤੇ ਉਹ ਫਿਰ ਫੌਜੀ ਸਾਹਿਬ ਨੇ ਕਿਹਾ, ਕਹਿੰਦੀ ਵੀ ਸਾਡੇ ਨਾ ਇੱਥੇ ਅਖਬਾਰ ਪੰਜਾਬੀ ਦੇ 15 ਕੁ ਦਿਨ ਬਾਅਦ ਪਹੁੰਚਦੇ ਆ। ਤੇ ਕਹਿੰਦਾ ਉਹ ਆਰਟੀਕਲ ਮੈਂ ਵੀ ਪੜ੍ਹ ਲਿਆ ਸੀਗਾ ਵੀ ਫੌਜੀ ਹੁੰਦੇ ਰੱਬ ਵਰਗੇ। ਤੇ ਕਹਿੰਦਾ ਉਸ ਤੋਂ ਕਹਿੰਦਾ ਪ੍ਰਭਾਵਿਤ ਹੋ ਕੇ ਦੇਖੋ ਮੇਰਾ ਘਰ ਵਸ ਗਿਆ। ਤੇ ਉਸ ਤੋਂ ਬਾਅਦ ਫਿਰ ਇਹੀ ਸੇਮ ਆਰਟੀਕਲ ਮੈਂ ਇੱਕ ਕੁੜੀ ਨੂੰ ਪੜ੍ਹਾਇਆ, ਸੈਕਟਰੀਏਟ, ਉਹਦੇ ਫਾਦਰ ਸਾਹਿਬ ਸੀਗੇ ਜੌਬ ਕਰਦੇ ਤੇ ਸਾਡੀ ਬੱਸ ਡਿਊਟੀ ਲੱਗਦੀ ਸੀ ਉਹਨਾਂ ਦੇ ਨਾਲ। ਤੇ ਉਹਨਾਂ ਦੀ ਬੇਟੀ ਸਾਡੀ ਸਟੂਡੈਂਟ ਸੀ ਸਟੈਨੋਗ੍ਰਾਫੀ ਦੀ। ਤੇ ਮੈਂ ਕਿਹਾ ਬੇਟੇ ਤੂੰ ਇੱਥੇ ਕਿੱਥੇ, ਕਹਿੰਦੀ ਮੈਂ ਸੈਕਟਰੀਏਟ 'ਚ ਲੱਗ ਗਈ। ਤੇ ਮੈਂ ਕਿਹਾ ਤੇਰੀ ਮੈਰਿਜ ਹੋ ਗਈ। ਉਹਦੇ ਫਾਦਰ ਕਹਿੰਦੇ ਹਾਂ ਮੈਡਮ ਵੀ ਤੁਸੀਂ ਤਾਂ ਫੌਜੀਆਂ ਦੇ ਗੁਣ ਗਾਉਂਦੇ ਨਹੀਂ ਥੱਕਦੇ। ਕਹਿੰਦਾ ਇਹ ਫੌਜੀ ਦੇ 4 ਦਿਨ ਨਹੀਂ ਰਹੀ, ਮੇਰੇ ਕੋਲ ਹੀ ਆ ਕੇ ਬਹਿ ਗਈ, ਕਹਿੰਦੀ ਮੈਂ ਨਹੀਂ ਫੌਜੀ ਤੇ ਜਾਣਾ। ਤੇ ਮੈਂ ਕਿਹਾ ਕੀ ਗੱਲ, ਕਹਿੰਦੀ ਲੈ ਆਂਟੀ ਫੌਜੀ ਤੇ ਐਡੀ ਦੂਰ ਚਲੇ ਗਏ, ਮੈਂ ਨਹੀਂ ਉਹਦੇ ਸੱਸ ਸਹੁਰਿਆਂ 'ਚ ਰਹਿ ਸਕਦੀ। ਕਹਿੰਦੀ ਉਹ ਫੌਜੀ ਤੋਂ ਪੈਸੇ ਮੰਗਾਈ ਜਾਂਦੇ ਆ, ਫੌਜੀ ਨੂੰ ਕਹੀ ਜਾਂਦੇ ਭੈਣ ਦਾ ਵਿਆਹ ਕਰਨਾ, ਭਰਾ ਦਾ ਵਿਆਹ ਕਰਨਾ। ਕਹਿੰਦੇ ਹੁਣ ਸਾਰੀ ਉਮਰ ਫੌਜੀ ਉਹਨਾਂ ਲਈ ਕਮਾਈ ਜਾਏਗਾ। ਮੈਂ ਕਿਹਾ ਸਾਡੇ ਨਾਲ ਵੀ ਇਹ ਗੱਲਾਂ ਵਾਪਰੀਆਂ ਹੋਈਆਂ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਕਿਹਾ ਪੈਸੇ ਹੱਥਾਂ ਦੀ ਮੈਲ ਹੈ, ਪਰ ਮੈਂ ਕਿਹਾ ਜ਼ਿੰਦਗੀ ਵਾਰ-ਵਾਰ ਨਹੀਂ ਮਿਲਣੀ ਬੇਟੇ, ਵੀ ਤੁਸੀਂ ਨਾ ਥੋੜ੍ਹਾ ਜਿਹਾ ਦਿਮਾਗ 'ਤੇ ਸੋਚ ਕੇ ਮੈਨੂੰ ਦੱਸਿਓ। ਉਹ ਹਫ਼ਤੇ ਕੁ ਬਾਅਦ ਆਈ ਬੜੀ ਖੁਸ਼, ਕਹਿੰਦੇ ਆਂਟੀ ਫੌਜੀ ਛੁੱਟੀ ਆਏ ਸੀ, ਕਹਿੰਦੇ ਮੈਂ ਤਾਂ ਉਸੇ ਟਾਈਮ ਫੌਜੀ ਸਾਹਿਬ ਕੋਲ ਚਲੀ ਗਈ। ਕਹਿੰਦੀ ਉਹ ਬੜੇ ਖੁਸ਼ ਹੋ ਗਏ, ਕਹਿੰਦੇ ਤੁਹਾਡੇ ਆਰਟੀਕਲ ਨੇ ਮੇਰੀਆਂ ਅੱਖਾਂ ਖੋਲ੍ਹਤੀਆਂ। ਇਸ ਤਰ੍ਹਾਂ ਨਾ ਮਤਲਬ ਇੱਦਾਂ ਕਈ ਘਰ ਵਸ ਗਏ ਮੇਰੇ ਆਰਟੀਕਲ ਲਿਖਣ ਨਾਲ।
ਇਹਨੇ ਬਹੁਤ ਵਧੀਆ ਗੱਲ ਹੈ, ਕਿਉਂਕਿ ਇਹ ਚੀਜ਼ਾਂ ਨੂੰ ਕਈ ਵਾਰ ਜ਼ਿੰਦਗੀ ਨੂੰ ਲੋਕ ਕਹਾਣੀਆਂ 'ਚ ਇਦਾਂ ਸੁਣਦੇ ਤਾਂ ਹੈਗੇ ਆ, ਪਰ ਇਹ ਚੀਜ਼ ਨੂੰ ਸਹੀ ਤਰੀਕੇ ਨਾਲ ਪੇਸ਼ਕਾਰੀ ਕਰਨੀ ਬੜੀ ਔਖੀ ਹੈ। ਤੇ ਮੈਂ ਹਾਲ ਹੀ ਵਿੱਚ ਤੁਹਾਡੀ ਹੁਣ ਜਿਹੜੀ ਹੁਣ ਕਿਤਾਬ ਇਹ ਹਜੇ ਖਰੜਾ ਹੀ ਹੈ। ਹਾਂਜੀ ਹਾਂਜੀ, ਇਹ ਕਦੋਂ ਕੁ ਬਣ ਰਹੀ ਹੈ ਕਿਤਾਬ ਦਾ ਰੂਪ? ਹਾਂਜੀ ਬਸ ਇਹ ਤਕਰੀਬਨ ਹਫਤੇ ਤੱਕ ਬਣ ਜਾਏਗੀ, ਤਿਆਰ ਹੋ ਜਾਏਗੀ। ਇਹਦਾ ਕੀ ਨਾਂ ਰੱਖਿਆ ਜੀ ਤੁਸੀਂ? ਇਹ ਕਹਾਣੀ ਵੀ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ, ਤੇ ਇਹ ਸਬਜੈਕਟ ਮੈਨੂੰ ਉਸ ਟਾਈਮ ਯਾਦ ਆਇਆ। ਤੁਹਾਡੇ ਕੋਲ ਟਾਈਮ ਹੈਗਾ? ਹਾਂਜੀ ਹਾਂਜੀ, ਇਹ ਉਸ ਟਾਈਮ ਮੈਨੂੰ ਯਾਦ ਆਇਆ। 15 ਟਾਈਮ ਹੈ ਜੀ ਤੁਹਾਡੇ ਕੋਲ, ਟਾਈਮ ਕੱਢ ਕੇ ਆਏ ਆ, ਤੁਹਾਡੇ ਕੋਲ ਟਾਈਮ ਚਾਹੀਦਾ। 15 ਅਕਤੂਬਰ 1920 ਲਾਸਟ ਈਅਰ, ਤੇ ਮੇਰੇ ਉਸ ਦਿਨ ਮੇਰੀ ਮੈਰਿਜ ਐਨਵਰਸਰੀ ਸੀਗੀ, ਤੇ ਮੇਰੇ ਹਸਬੈਂਡ ਨੂੰ ਇੱਕਦਮ ਮਤਲਬ ਬਲੱਡ ਦੀ ਕਮੀ ਹੋ ਗਈ, ਤੇ ਡਾਕਟਰ ਸਾਹਿਬ ਕੋਲ ਲੈ ਕੇ ਗਏ। ਉਹ ਕਹਿੰਦੇ ਵੀ ਇਹਨਾਂ ਨੂੰ ਅੱਜ ਐਡਮਿਟ ਕਰਨਾ ਪਏਗਾ, ਵੀ ਡਾਕਟਰ ਭਾਟੀਆ ਕਹਿੰਦਾ ਵੀ ਇਹ ਨਾ ਬਲੱਡ ਘੱਟ ਹੈ। ਮੈਂ ਕਿਹਾ ਡਾਕਟਰ ਸਾਹਿਬ ਅੱਜ ਨਾ ਕਰੋ ਤੁਸੀਂ। ਕਹਿੰਦੇ ਕਿਉਂ? ਮੈਂ ਕਿਹਾ ਅੱਜ ਮੇਰੀ ਮੈਰਿਜ ਐਨਵਰਸਰੀ ਸੀ। ਕਹਿੰਦੇ ਇੰਨੀਆਂ ਮੈਰਿਜ ਐਨਵਰਸਰੀਆਂ ਮਨਾ ਲਈਆਂ ਅਜੇ ਵੀ, ਮੈਂ ਕਿਹਾ ਲੱਗਦੀਆਂ ਨਹੀਂ ਮਨਾਈਆਂ ਹੋਣ। ਤੇ ਕਹਿੰਦੇ ਜੇ ਇਹ ਨਾ ਮਨਾਈ ਗਈ ਤਾਂ ਫਿਰ ਕਹਿੰਦੇ ਜੇ ਇਹ ਤੂੰ ਅੱਜ ਐਡਮਿਟ ਕਰਾ ਦੇਂਗੀ ਨਾ ਤਾਂ ਫਿਰ ਕਈ ਅੱਗੇ ਨੂੰ ਮਨਾਏਂਗੀ, ਇਸ ਕਰਕੇ ਅੱਜ ਹੀ ਐਡਮਿਟ ਕਰਾਉਣਾ ਜ਼ਰੂਰੀ ਹੈ। ਉੱਤੇ ਜੀ ਮੈਂ ਫਿਰ ਇਕੱਲੀ ਇੱਥੇ, ਹੁਣ ਬੇਟਾ ਮੇਰਾ ਹੈਗਾ ਕੈਨੇਡਾ ਹੈ ਨਾ, ਤੇ ਜਵਾਈ ਸਾਹਿਬ ਹੈਗੇ ਪਟਿਆਲੇ, ਤੇ ਇੱਥੇ ਜਿਸ ਤਰ੍ਹਾਂ ਹੁਣ ਮੇਰੇ ਭੈਣ ਭਰਾ, ਹੁਣ ਹਰੇਕ ਬੰਦਾ ਆਪਣੀ ਆਪਣੀ ਥਾਂ ਬਿਜ਼ੀ ਹੈ ਨਾ, ਹੈ ਤਾਂ ਸਿਸਟਰ ਵਗੈਰਾ ਬਹੁਤ ਸਾਥ ਦਿੰਦੀ ਹੈ ਮੇਰਾ, ਤੇ ਪਰ ਉਸ ਟਾਈਮ ਸਾਰੇ ਬਿਜ਼ੀ। ਤੇ ਇੱਕ ਮੇਰੀ ਸਿਸਟਰ ਮੇਰੇ ਜੀਜਾ ਜੀ ਨਾਲ ਆਏ, ਉਹ ਵੀ ਵਿਚਾਰੇ ਬਜ਼ੁਰਗ, ਉਹ ਸਿਰਫ ਇਹਨਾਂ ਕੋਲ ਹੀ ਬੈਠੇ ਸੀ, ਭੱਜ ਦੌੜ ਨਹੀਂ ਸੀ ਉਹਨਾਂ ਤੋਂ ਹੋ ਰਹੀ ਬਹੁਤ। ਤੁਸੀਂ ਸੱਚ ਨਹੀਂ ਮੰਨੋਗੇ, 15 ਅਕਤੂਬਰ ਵਾਲੇ ਦਿਨ ਮੈਂ ਇੰਨਾ ਭੱਜ ਦੌੜ ਕੀਤੀ, ਮੇਰੇ ਪੈਰਾਂ 'ਚ ਛਾਲੇ ਪੈ ਗਏ। ਕਦੀ ਮੈਂ ਬਲੱਡ ਦਾ ਅਰੇਂਜਮੈਂਟ ਕਰ ਰਹੀ ਹਾਂ, ਕਦੀ ਇਹਨਾਂ ਨੂੰ ਸਪੈਸ਼ਲ ਕਮਰਾ ਨਹੀਂ ਸੀ ਮਿਲਿਆ, ਮੈਂ ਉਹਦਾ ਅਰੇਂਜਮੈਂਟ ਕਰਦੀ ਹਾਂ, ਕਦੀ ਮੈਂ 37 'ਚ ਗਈ, ਕਦੀ ਮੈਂ ਫਿਰ ਲੈਂਡਮਾਰਕ ਹਸਪੀਟਲ 'ਚ ਗਈ। ਕਰਦੇ ਕਰਾਉਂਦੇ ਨਾ ਸ਼ਾਮ ਹੋ ਗਈ, ਤੇ ਰਾਤ ਨੂੰ ਜਿਸ ਟਾਈਮ ਮੈਂ ਬਲੱਡ ਦੀਆਂ ਬੋਟਲਸ ਲੈਣ ਵਾਸਤੇ ਗਈ, ਮੈਂ ਉੱਥੇ ਬੈਠੀ ਹਾਂ, ਤੇ ਮੇਰੇ ਦਿਮਾਗ ਦੇ ਵਿੱਚ ਆ ਗਿਆ ਵੀ ਮੈਂ ਕਿਹਾ ਵੀ ਦੇਖੋ 15 ਇੰਨੇ ਸਾਲ ਬੀਤ ਗਏ ਮੇਰੇ ਵਿਆਹ ਹੋਏ ਨੂੰ, ਵੀ ਅੱਜ 15 ਅਕਤੂਬਰ 42ਵਾਂ ਸਾਲ 41ਵਾਂ ਸਾਲ ਲੱਗ ਗਿਆ ਵਿਆਹ ਹੋਏ ਨੂੰ। ਤੇ ਮੈਂ ਕਿਹਾ ਅੱਜ ਉਸ ਟਾਈਮ ਇੰਨੀ ਮੁਸੀਬਤ ਵਿੱਚ ਸੀਗੇ ਨਾ, ਮੈਨੂੰ ਆਪਣੇ ਪਾਪਾ ਜੀ ਦੀ ਯਾਦ ਆ ਗਈ, ਆਪਣੇ ਬੀਜੀ ਦੀ ਯਾਦ ਆ ਗਈ। ਤੇ ਮੈਂ ਕਿਹਾ ਜੇਕਰ ਉਹ ਜਿਉਂਦੇ ਹੁੰਦੇ ਤਾਂ ਮੈਂ ਕਿਹਾ ਉਹ ਮੇਰੀ ਹਾਲਤ ਦੇਖਦੇ ਤਾਂ ਉਹਨਾਂ ਨੇ ਮੈਨੂੰ ਕਹਿਣਾ ਸੀ ਵੀ ਹੋਰ ਲੈ ਫੌਜੀ ਨਾਲ ਵਿਆਹ ਕਰਾ ਕੇ, ਮਜ਼ਾ ਆਇਆ ਨਾ ਤੈਨੂੰ। ਉਹਨਾਂ ਨੇ ਮੈਨੂੰ ਝਿੜਕਾਂ ਹੀ ਮਾਰਨੀਆਂ ਸੀਗੀਆਂ, ਤੇ ਪਰ ਮੈਨੂੰ ਨਾ ਮੇਰਾ ਦਿਮਾਗ ਪਿੱਛੇ ਚਲਾ ਗਿਆ ਅਤੀਤ ਵਿੱਚ। ਤੇ ਮੈਂ ਕਿਹਾ ਵੀ ਦੇਖੋ ਇੰਨੇ ਸਾਲ ਹੋ ਗਏ ਮੈਨੂੰ ਪਾਪਾ ਜੀ ਦੀ ਯਾਦ ਨਹੀਂ ਆਈ, ਤੇ ਅੱਜ ਦਾ ਫੌਜੀ ਸਾਹਿਬ ਇੰਨੇ ਸੀਰੀਅਸ ਕੰਡੀਸ਼ਨ 'ਚ ਪਏ ਆ। ਅੱਜ ਮੈਨੂੰ ਇੱਕਦਮ ਆਪਣੇ ਵਿਆਹ ਦਾ ਦਿਨ ਯਾਦ ਆ ਗਿਆ, ਆਪਣੇ ਡੈਡੀ ਦੀ ਯਾਦ ਆ ਗਈ, ਵੀ ਜਿਸ ਟਾਈਮ ਉਹਨਾਂ ਨੇ ਮੈਨੂੰ ਵਿਦਾ ਕੀਤਾ ਸੀ, ਮੈਂ ਕਿੰਨੀਆਂ ਚਿੱਕਾਂ ਮਾਰ ਕੇ ਰੋਈ ਸੀ, ਪਰ ਉਹਨਾਂ ਤੋਂ ਵੀ ਜ਼ਿਆਦਾ ਮੈਂ ਅੱਜ ਰੋਈ ਹਾਂ। ਤੇ ਵੀ ਜਿਹੜੀਆਂ ਗੁੱਡੀਆਂ ਪਟੋਲੇ ਹੁੰਦੇ ਆ ਕੁੜੀਆਂ ਦੇ, ਵੀ ਕੁੜੀਆਂ ਜਿੰਨੀਆਂ ਮਰਜ਼ੀ ਬਜ਼ੁਰਗ ਹੋ ਜਾਣ, ਉਹ ਦਾਦੀਆਂ ਨਾਨੀਆਂ ਬਣ ਜਾਣ, ਪਰ ਜਦ ਉਹਨਾਂ ਨੂੰ ਆਪਣੇ ਪੇਕਿਆਂ ਦੀ ਯਾਦ ਆਉਂਦੀ ਹੈ ਨਾ, ਜਦੋਂ ਆਪਣੇ ਉਲਝਣਾਂ 'ਚੋਂ ਨਿਕਲਦੀਆਂ, ਤਾਂ ਫਿਰ ਉਹਨਾਂ ਨੂੰ ਆਪਣੇ ਗੁੱਡੀਆਂ ਪਟੋਲੇ ਵੀ ਯਾਦ ਆਉਂਦੇ ਆ। ਤੇ ਫਿਰ ਇੱਕਦਮ ਮੇਰੇ ਦਿਮਾਗ 'ਚ ਆ ਗਿਆ ਵੀ ਲੈ ਇਹ ਤਾਂ ਮੇਰੀਆਂ ਜਿਹੜੀਆਂ ਕਹਾਣੀਆਂ ਲਿਖੀਆਂ ਹੋਈਆਂ, ਮੈਂ ਤਾਂ ਉਹਨਾਂ ਦਾ ਉਹ ਲਿਖ ਦਾਂਗੀ, ਕਿਤਾਬ ਦਾ ਮੇਰੀ ਦਾ ਨਾਂ ਹੀ ਹੋ ਜਾਏਗਾ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ। ਤੇ ਮੈਮ ਇਹ ਜਿਹੜੀ ਤੁਹਾਡੀ ਕਿਤਾਬ ਹੈ ਜਦੋਂ ਕਿ ਫੌਜਣ ਹੁੰਦੀ ਹੈ, ਇਹਦਾ ਤੁਸੀਂ ਹਿੰਦੀ ਦੇ ਵਿੱਚ ਵੀ ਛਪਾਈ ਹੋਈ ਹੈ? ਹਾਂਜੀ। ਤਾਂ ਉਹ ਹਿੰਦੀ 'ਚ ਛਪਾਉਣ ਦੀ ਵਜ੍ਹਾ? ਉਹ ਹਿੰਦੀ ਛਪਾਉਣ ਦੀ ਇਹ ਵਜ੍ਹਾ ਸੀ ਜੀ, ਕਈ ਫੌਜੀ ਮਤਲਬ ਜ਼ਿਆਦਾ ਤਾਂ ਪੰਜਾਬ ਦੇ ਵਿੱਚ ਜਿਹੜੇ ਫੌਜੀ ਹੈ ਉਹ ਤਾਂ ਪੰਜਾਬੀ ਨੂੰ ਪੜ੍ਹ ਸਕਦੇ ਆ, ਪਰ ਜਦ ਜਿਹੜੇ ਪੰਜਾਬ ਤੋਂ ਬਾਹਰ ਦੇ ਫੌਜੀ ਹੈ ਨਾ, ਜਿਸ ਤਰ੍ਹਾਂ ਉਹਨਾਂ ਨੂੰ ਹਿੰਦੀ ਮਤਲਬ ਉਹਦੀ ਫਸਟ ਲੈਂਗੁਏਜ ਹਿੰਦੀ ਹੈ। ਹਾਂਜੀ। ਉਹ ਇੱਕ ਵਾਰੀ ਜਦੋਂ ਅਸੀਂ ਗਵਾਲੀਅਰ ਗਏ ਨਾ ਮੈਂ ਹਸਬੈਂਡ ਦੇ ਨਾਲ, ਤੇ ਉਹ ਕਹਿੰਦੇ ਵੀ ਤੁਸੀਂ ਨਾ ਇਹ ਕਿਤਾਬ ਹਿੰਦੀ ਦੇ, ਉਹ ਵੀ ਪੱਤਰਕਾਰ ਹੀ ਸੀਗੇ, ਉਹ ਕਹਿੰਦੇ ਤੁਸੀਂ ਹਿੰਦੀ 'ਚ ਕਿਤਾਬ ਅਨੁਵਾਦ ਕਰਾਓ ਤੇ ਸਾਨੂੰ ਭੇਜੋ, ਵੀ ਹਿੰਦੀ ਦੇ ਵਿੱਚ ਜ਼ਿਆਦਾ ਲੋਕਾਂ 'ਚ ਮਸ਼ਹੂਰ ਜ਼ਿਆਦਾ ਲੋਕਾਂ ਤੱਕ ਜਾਊਗੀ ਕਿ ਭਾਸ਼ਾ ਦਾ ਕੋਈ ਰੁਕਾਵਟ ਨਾ ਰਹੇ। ਹਾਂਜੀ। ਉਹ ਫਿਰ ਹਿੰਦੀ ਦੇ ਵਿੱਚ ਮਤਲਬ ਮੇਰੀ ਡਾਟਰ ਇਨ ਲਾ, ਮੇਰੀ ਨੂੰਹ ਰਾਣੀ ਵੈਸੇ PhD ਹੈ, ਡਾਕਟਰ ਹੈ, ਉਹ ਕਲਾਸੀਕਲ ਰਾਗਾਂ ਦੀ ਮਾਹਰ ਹੈ, ਤੇ ਪਰ ਉਹ ਫਿਰ ਮੈਂ ਉਹਨਾਂ ਨੂੰ ਇਹ ਗੱਲ ਆਪਣੀ ਸਲਾਹ ਦੱਸੀ ਕੈਨੇਡਾ 'ਚ। ਤੇ ਫਿਰ ਮੇਰੀ ਕਿਤਾਬ ਤਾਂ ਉਹਨਾਂ ਕੋਲ ਸੀਗੀ, ਫਿਰ ਉਹਨਾਂ ਨੇ ਦੇਖੋ ਆਪਣੇ ਇੰਨੇ ਰੁਝੇਵਿਆਂ 'ਚੋਂ ਕੱਢ ਕੇ ਫਿਰ ਉਹਨਾਂ ਨੇ ਹਿੰਦੀ ਦੀ ਟਰਾਂਸਲੇਸ਼ਨ ਕੀਤੀ, ਪੰਜਾਬੀ ਤੋਂ ਹਿੰਦੀ ਦੀ ਟਰਾਂਸਲੇਸ਼ਨ। ਇਹ ਫਿਰ ਕਦੋਂ ਛਪਾਈ ਹਿੰਦੀ 'ਚ, ਕਦੋਂ ਆਈ ਹੈ ਇਹ ਵੀ ਕਿਤਾਬੀ ਦੇ ਦਰਦ ਪਰਿੰਦੇ ਦਾ 2020 ਦੇ ਵਿੱਚ ਹੀ ਆਈ ਜੀ? ਠੀਕ ਹੈ। ਹਾਂਜੀ। ਤੇ ਜਿਸ ਟਾਈਮ ਬੱਚੇ ਨੇ ਆਉਣਾ ਸੀਗਾ ਇੱਥੇ, ਤੇ ਫਿਰ ਉਦੋਂ ਮੈਂ ਕਿਤਾਬ ਛਪਵਾਈ ਇੱਥੇ, ਉਹਨਾਂ ਨੇ ਖਰੜਾ ਭੇਜਤਾ ਸੀ, ਛਪਵਾ ਇੱਥੇ ਦਿੱਤੀ ਸੀਗੀ। ਤੇ ਫਿਰ ਜਿਸ ਟਾਈਮ ਇਹ ਕਿਤਾਬ ਰਿਲੀਜ਼ ਹੋਈ ਨਾ, ਇਹ ਦਰਦ ਪਰਿੰਦੇ ਦਾ ਇੰਨਾ ਜ਼ਿਕਰ ਨਹੀਂ ਹੋਇਆ ਜਿੰਨਾ ਇਸ ਕਿਤਾਬ ਦਾ ਹੋਇਆ, ਕਿਉਂਕਿ ਮੈਂ ਵੀ ਉੱਥੇ ਸਟੇਜ ਤੇ ਬੈਠੀ ਸੀ ਤੇ ਮੇਰੀ ਨੂੰਹ ਵੀ ਬੈਠੀ ਸੀ, ਤੇ ਉੱਥੇ ਫਿਰ ਸਾਰੇ ਅਖਬਾਰਾਂ ਵਾਲਿਆਂ ਨੇ ਬਹੁਤ ਵਧੀਆ ਲਿਖਿਆ ਵੀ ਸੱਸ ਨੂੰਹ ਦਾ ਜਿਹੜਾ ਇਹ ਸਾਹਿਤਕ ਰਿਸ਼ਤਾ ਇਹ ਅਸੀਂ ਪਹਿਲੀ ਵਾਰੀ ਦੇਖਿਆ, ਨਹੀਂ ਤਾਂ ਅਸੀਂ ਸੱਸ ਨੂੰਹ ਦੀਆਂ ਲੜਾਈਆਂ ਹੀ ਸੁਣੀਆਂ, ਪਰ ਇਹ ਸਾਹਿਤਕ ਰਿਸ਼ਤੇ ਦੇ ਵਿੱਚ ਵੀ ਇਹ ਇੰਨੀ ਮਤਲਬ ਮਸ਼ਹੂਰ ਹੋਈ ਆ, ਔਰ ਇੰਨਾ ਇਹ ਵਧੀਆ ਸਾਨੂੰ ਅੱਜ ਵਿਸ਼ਾ ਮਿਲਿਆ ਵੀ ਜਿਹਦੇ ਨਾਲ ਲੋਕਾਂ ਨੂੰ ਬੜੀ ਸੇਧ ਮਿਲੇਗੀ ਵੀ ਸੱਸ ਨੂੰਹ ਨੂੰ
ਸਿਰਫ ਲੜਨਾ ਹੀ ਨਹੀਂ ਚਾਹੀਦਾ, ਵੀ ਇਹ ਸਾਹਿਤਕ ਤੌਰ ਤੇ ਵੀ ਸਾਂਝੀ ਇਹਨਾਂ ਦੀ ਰਿਸ਼ਤਾ ਹੈਗਾ। ਰਿਸ਼ਤਾ ਹੈ। ਹਾਂਜੀ, ਉਹਨਾਂ ਨੇ ਫਿਰ ਇਹ ਮੇਰੀ ਹਿੰਦੀ ਦੀ ਅਨੁਵਾਦ ਕੀਤੀ ਸੀ ਕਿਤਾਬ। ਜ਼ਿੰਦਗੀ ਤਾਂ ਚਲੋ ਚੱਲਦੀ ਜਾਂਦੀ ਹੈ, ਪਰ ਹੁੰਦਾ ਵੀ ਇਕੱਲਤਾ ਨਾ ਕਦੇ ਕਦੇ ਬੰਦੇ ਨੂੰ ਥੋੜਾ ਜਿਹਾ ਡਰਾਉਂਦੀ ਵੀ ਆ ਤੇ ਥੋੜਾ ਜਿਹਾ ਹੌਲਾ ਧੀਮਾ ਵੀ ਕਰ ਦਿੰਦੀ ਹੈ। ਭਾਵੇਂ ਤੁਸੀਂ ਤੁਹਾਡੇ ਹਸਬੈਂਡ ਫੌਜ 'ਚ ਰਹੇ ਨੇ ਤਾਂ ਉਹ ਜ਼ਿੰਦਗੀ ਤੁਹਾਨੂੰ ਸਿਖਾ ਦਿੰਦੀ ਹੈ ਵੀ ਮੁਸੀਬਤਾਂ ਦੇ ਨਾਲ ਕਿੱਦਾਂ ਨਾ ਡਟਣਾ ਆ, ਪਰ ਫਿਰ ਵੀ ਜਦੋਂ ਇਕੱਲਤਾ ਹੁੰਦੀ ਆ, ਹੁਣ ਆਹ ਉਮਰ ਦੇ ਵਿੱਚ ਆ ਕੇ ਬੱਚੇ ਵੀ ਬਾਹਰ ਚਲ ਜਾਂਦੇ ਨੇ ਹਨਾ, ਤੇ ਉਹ ਬੜਾ ਔਖਾ ਜਿਹਾ ਲੱਗਦਾ। ਫਿਰ ਮੈਨੂੰ ਮੈਂ ਕਹੂੰਗਾ ਵੀ ਤੁਸੀਂ ਜਦੋਂ ਤੁਹਾਡੇ ਹਸਬੈਂਡ ਰੁਖਸਤ ਹੋਏ ਜ਼ਿੰਦਗੀ ਦੇ ਵਿੱਚੋਂ, ਤੁਸੀਂ ਜ਼ਿਕਰ ਕਰ ਰਹੇ ਸੀ ਉਹਨਾਂ ਨੇ ਵੀ ਉਹ ਤੁਹਾਨੂੰ ਇੱਕ ਕਹਾਣੀ ਦਾ ਨਾਮ ਦਿੱਤਾ ਹੈ, ਉਹ ਮੈਂ ਕਹੂੰਗਾ ਵੀ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਉਹ ਦੇਖੋ ਜੀ, ਜਿਸ ਟਾਈਮ ਵੀ ਨਾ ਮੇਰੇ ਹਸਬੈਂਡ ਨਾ, ਜਿਸ ਟਾਈਮ ਮਤਲਬ ਫੌਜੀ ਬੰਦੇ ਕਦੀ ਵੀ ਨਾ ਮਤਲਬ ਹਾਰ ਨਹੀਂ ਮੰਨਦੇ। ਮੇਰੇ ਹਸਬੈਂਡ ਦਾ ਲੀਵਰ ਸਰੋਸਿਸ ਸੀਗਾ ਤੇ ਡਾਕਟਰਾਂ ਨੇ ਕਿਹਾ ਹੋਇਆ ਸੀਗਾ ਵੀ ਇਹ ਜੀ ਜਾਣ ਤੇ 10 ਸਾਲ ਜੀ ਸਕਦੇ ਆ, ਨਾ ਜੀਣ ਤਾਂ ਇਹ ਇਹਨਾਂ ਦੇ 1 ਮਿੰਟ ਦਾ ਵੀ ਭਰੋਸਾ ਨਹੀਂ। ਪਰ ਫਿਰ ਵੀ ਨਾ ਮੇਰੇ ਹਸਬੈਂਡ ਸਾਨੂੰ ਅੱਖ ਖੁੱਲ੍ਹ ਜਾਂਦੀ ਸੀ ਤਾਂ ਮੈਂ ਆਪਣੀਆਂ ਕਹਾਣੀਆਂ ਲਿਖਦੀ ਰਹਿੰਦੀ ਸੀ। ਮੈਂ ਆਪਣੇ ਹਸਬੈਂਡ ਨੂੰ ਪੁੱਛਣਾ ਕੋਈ ਸਬਜੈਕਟ ਦਾ ਦੱਸੋ ਫੌਜੀਆਂ ਦਾ, ਕੋਈ ਕਿਤੇ ਕੋਈ ਘਟਨਾ ਵਾਪਰੀ ਹੋਵੇ। ਇਹ ਮੈਨੂੰ ਕਹਾਣੀਆਂ ਦੇ ਨਾ ਨਾਂ ਦਿੰਦੇ ਰਹਿੰਦੇ ਸੀ, ਉੱਥੇ ਇਹ ਹੋਇਆ ਇਹ ਹੋਇਆ। ਇਹਨਾਂ ਨੇ ਮੈਨੂੰ ਬਸ 10 ਕਲਾਨਾਂ ਦੱਸਣੀਆਂ, ਬਸ ਮੇਰੀ 3 ਪੇਜਾਂ ਦੀ ਕਹਾਣੀ ਬਣ ਜਾਂਦੀ ਹੁੰਦੀ ਸੀਗੀ ਬੈਠੇ ਬੈਠੇ। ਇੱਦਾਂ ਇਹਨਾਂ ਤੋਂ ਮੈਨੂੰ ਬਹੁਤ ਹੈਲਪ ਮਿਲਦੀ ਸੀ। ਤੇ ਉਹ ਫਿਰ ਜਿਸ ਟਾਈਮ ਇਹ ਐਡਮਿਟ ਸੀ ਹਸਪੀਟਲ ਦੇ ਵਿੱਚ 26 ਮਤਲਬ ਉਸ ਦਿਨ ਆਪਣਾ ਕ੍ਰਿਸਮਸ ਡੇ ਸੀਗਾ ਜਦੋਂ ਅਸੀਂ ਹਸਪਤਾਲ, ਹਾਂਜੀ 26 ਦਸੰਬਰ ਹਸਪਤਾਲ ਗਏ ਤੇ 28 ਤਰੀਕ ਦੀ ਗੱਲ 29 ਦੀ, ਤੇ ਉਸ ਦਿਨ ਹਸਬੈਂਡ ਠੀਕ ਹੋ ਗਏ ਸੀ, ਡਾਕਟਰ ਨੇ ਛੁੱਟੀ ਵੀ ਕਰਤੀ ਸੀਗੀ। ਅਸੀਂ ਰੈਂਟ ਤੇ ਕੋਠੀ 'ਚ ਰਹਿੰਦੇ ਸੀ, ਪਰ ਹਸਬੈਂਡ ਦੀ ਚੁਆਇਸ ਸੀ ਮੈਂ ਤਾਂ ਆਪਣੇ ਘਰ 'ਚ ਹੀ ਜਾਣਾ, ਚਾਹੇ ਛੋਟਾ ਚਾਹੇ ਵੱਡਾ, ਮੰਜਨ ਮੈਨੂੰ ਉੱਥੇ ਤੁਸੀਂ ਲੈ ਕੇ ਜਾਣਾ। ਤੇ ਫਿਰ ਮੈਂ ਸੋਚਿਆ ਚਲੋ ਠੀਕ ਹੈ, ਤੇ ਅਸੀਂ ਅਰੇਂਜਮੈਂਟ ਕਰ ਦਿੱਤਾ ਇੱਧਰ ਉਹ ਕਰਨ ਦਾ। ਮੇਰੀ ਬੇਟੀ ਨੇ ਬੜੀ ਮਿਹਨਤ ਨਾਲ, ਆ ਕੁੜੀ ਰਾਧਾ ਖੜੀ ਹੈ, ਇਸਨੇ ਬੜੀ ਮਿਹਨਤ ਦੇ ਨਾਲ ਮਤਲਬ ਇਹ ਘਰ ਖਾਲੀ ਕਰਾਇਆ। ਸਟੂਡੈਂਟ ਰਹਿੰਦੇ ਸੀ ਇੱਥੋਂ, ਤੇ ਉੱਧਰੋਂ ਖਾਲੀ ਕਰਕੇ ਇੱਥੇ ਸਾਰਾ ਸੈਟਿੰਗ ਕੀਤੀ ਵੀ ਅੰਕਲ ਘਰ ਆਉਣਗੇ, ਉਹਨਾਂ ਦਾ ਬੈੱਡ ਲਗਾਇਆ ਇੱਥੇ। ਤੇ ਉਹ ਪਤਾ ਨਹੀਂ ਮੇਰੇ ਹਸਬੈਂਡ ਨੇ ਕਦੀ ਵੀ ਇਹੋ ਜਿਹੀ ਗੱਲ ਨਹੀਂ ਸੀ ਕੀਤੀ ਢਹਿੰਦੀਆਂ ਕਲਾਂ ਦੀ। ਤੇ ਹਸਬੈਂਡ ਕਹਿੰਦੇ ਮੰਜਨ ਮੇਰਾ ਪਰਸ ਕਿੱਥੇ ਆ, ਦਿਖਾਣਾ ਕਿੰਨੇ ਕੁ ਪੈਸੇ ਆ। ਉਹਨਾਂ ਨੂੰ ਫਿਕਰ ਰਹਿੰਦਾ ਸੀਗਾ ਵੀ ਇਹ ਨਾ ਬਈ ਇਹਦੇ ਕੋਲ ਪੈਸੇ ਨਾ ਮੁੱਕ ਜਾਣ, ਇਹ ਨਾ ਹੋਏ। ਤਾਂ ਮੈਂ ਉਹਨਾਂ ਨੂੰ ਉਹਨਾਂ ਦਾ ਪਰਸ ਦੇ ਦਿੱਤਾ, ਐਨਕ ਦੇ ਦਿੱਤੀ, ਪੈਨ ਦੇਤਾ, ਤੇ ਪੈਨ ਹਮੇਸ਼ਾ ਆਪਣੇ ਜੇਬ ਨਾਲ ਲਗਾ ਕੇ ਰੱਖਦੇ ਸੀ। 2-3 ਅਖਬਾਰ ਦੇ ਦਿੱਤੇ। ਮੈਨੂੰ ਕਿਹੜਾ ਪਤਾ ਸੀਗਾ ਵੀ ਇਹ ਕੁਛ ਦਿਨਾਂ ਦੇ ਮਹਿਮਾਨ ਹੈ। ਤੇ ਮੈਂ ਕਿਹਾ ਆ ਲਓ ਤੁਸੀਂ ਆਪਣਾ, ਤੁਹਾਡਾ ਸਾਰਾ ਸਮਾਨ ਮੈਂ ਤੁਹਾਡੇ ਕੋਲ ਰੱਖਤਾ ਤੇ ਤੁਸੀਂ ਚੱਕ ਲਓ, ਸੰਭਾਲ ਲਓ। ਕਹਿੰਦੇ ਨਹੀਂ ਅਬ ਤੁਮਾਰੇ ਹਵਾਲੇ ਵਤਨ ਸਾਥੀ। ਉਹਨਾਂ ਨੇ ਮਤਲਬ ਸਿੰਗਰ ਵੀ ਸੀ ਮੇਰੇ ਹਸਬੈਂਡ। ਮੇਰੇ ਹਸਬੈਂਡ 'ਚ ਉਹ ਕਿਹੜਾ ਸੀ, ਉਹ ਭੰਗੜਾ ਮਾਸਟਰ ਸੀ, ਸਿੰਗਰ ਸੀਗੇ, ਤੁੰਬੀ ਵਜਾ ਲੈਂਦੇ ਸੀਗੇ। ਉਹ ਤੁੰਬੀ ਵਜਾਣੀ ਇੰਨੀ ਔਖੀ, ਬੀਨ ਵਜਾਣੀ ਕਿੰਨੀ ਔਖੀ ਆ, ਬੀਨ ਵੀ ਵਜਾ ਲੈਂਦੇ ਸੀ ਉਹ। ਹਰ ਸਾਜ਼ ਦੇ ਮਾਹਰ ਸੀਗੇ ਹਸਬੈਂਡ ਮੇਰੇ। ਫਿਰ ਪੰਜਾਬੀ ਗਾਣੇ ਕਾ ਸਭ ਕੁਝ ਕਰਦੇ ਸੀ, ਇੱਥੋਂ ਤੱਕ ਜਿਸ ਟਾਈਮ ਮਿਲਟਰੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੋਣਾ, ਵਿਸਾਖੀ ਮਨਾਈ ਜਾਣੀ, ਤੇ ਇਹਨਾਂ ਦਾ ਪ੍ਰੋਗਰਾਮ ਹੁੰਦਾ ਸੀ, ਇਹ ਸ਼ਬਦ ਪੜ੍ਹਦੇ ਹੁੰਦੇ ਸੀ, ਕੀਰਤਨ ਕਰਦੇ ਸੀ ਉੱਥੇ। ਹਰ ਕੰਮ 'ਚ ਮਾਹਰ ਸੀਗੇ। ਫਿਰ ਇਹਨਾਂ ਨੇ ਉਹ ਜਿਹੜੇ ਉੱਥੇ ਬੰਦੇ ਸੀਗੇ ਨਾ ਸਵੀਪਰ, ਨਵੇਂ ਮੁੰਡੇ ਤੇ ਨਰਸਿਸ, ਉਹਨਾਂ ਦਾ ਵਾਰਡ ਸਾਡੇ ਨਾਲ ਹੀ ਸੀ। ਫਿਰ ਹਸਬੈਂਡ ਨੇ ਨਾ ਪੂਰਾ ਗਾਣਾ ਸੁਣਾਇਆ, ਅਬ ਤੁਮਾਰੇ ਹਵਾਲੇ ਵਤਨ ਸਾਥੀਓ, ਪੂਰਾ ਐਨ ਲੈ 'ਚ ਗਾਣਾ ਸੁਣਾਇਆ। ਤੇ ਫਿਰ ਅਗਲੇ ਦਿਨ ਉਹ ਇੱਕਦਮ ਸੀਰੀਅਸ ਹੋ ਗਏ। ਜਿਹੜੀ ਉਹਨਾਂ ਦੀ ਜ਼ੁਬਾਨ ਸੀ ਉਹ ਬੋਲਣ ਤੋਂ ਬਿਲਕੁਲ ਹੀ ਅਸਮਰਥ ਹੋਏ, ਤਾਂ ਫਿਰ ICU 'ਚ ਚਲੇ ਗਏ ਸੀ। ਫਿਰ ਤਾਂ ਉਹ ਬੋਲੇ ਹੀ ਨਹੀਂ। ਤੇ ਫਿਰ ਜਿਹੜਾ ਉਹਨਾਂ ਨੇ ਇਹ ਦਿੱਤਾ ਨਾ ਮੈਨੂੰ ਵੀ ਅਬ ਤੁਮਾਰੇ ਹਵਾਲੇ ਵਤਨ ਸਾਥੀ, ਫਿਰ ਮੈਂ ਸੋਚਿਆ ਵੀ ਮੈਂ ਇਸ 'ਤੇ ਕੁਛ ਨਾ ਕੁਛ ਲਿਖਾਂਗੀ। ਦੇਖੋ ਜ਼ਿੰਦਗੀ ਤਾਂ ਹਰ ਇੱਕ ਨੇ ਜਾਣਾ ਜੀ ਇੱਥੋਂ, ਹਾਂਜੀ, ਪਰ ਇਹ ਹੁੰਦਾ ਵੀ ਆਪਾਂ ਉਹਨੂੰ ਅਫਸੋਸ ਦੇ ਨਾਲ ਉਹਨਾਂ ਜ਼ਿੰਦਗੀ ਨੰਢਾਈ ਹੈ, ਕਿਉਂਕਿ ਉਹਨਾਂ ਵੱਲੋਂ ਜੋ ਸੁਨੇਹਾ ਸਾਰੀ ਉਮਰਾਂ ਨੇ ਸਿਖਾਇਆ, ਪਿਆਰ ਮੁਹੱਬਤ ਨੂੰ ਆਪਾਂ ਉਹਨੂੰ ਲੈ ਕੇ ਅੱਗੇ ਚੱਲੇ। ਹਾਂਜੀ ਹਾਂਜੀ ਹਾਂਜੀ, ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਬੜੀਆਂ ਤੁਸੀਂ ਗੱਲਾਂ ਸੁਣਾਈਆਂ, ਬੜਾ ਆਨੰਦ ਆਇਆ। ਨਾਲੇ ਜ਼ਿੰਦਗੀ ਦੇ ਵਿੱਚ ਜਿੰਨੀਆਂ ਔਕੜਾਂ ਨੇ ਉਹਨੂੰ ਕਿੱਦਾਂ ਹਟਾਉਣਾ ਵੀ ਤੁਹਾਡੀ ਜ਼ਿੰਦਗੀ ਦਾ ਇੱਕ ਸਬਰ ਵੀ ਹੈ ਤੇ ਇੱਕ ਹੋਰਾਂ ਦੇ ਲਈ ਪਾਠ ਵੀ ਹੈ। ਹਾਂਜੀ, ਕਿਉਂਕਿ ਹਾਂਜੀ ਸਰ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸ ਦੇਵਾਂ। ਜਿਸ ਤਰ੍ਹਾਂ ਮੇਰਾ ਬੇਟਾ ਹੈਗਾ, ਮੇਰੇ ਬੱਚੇ ਬਾਹਰ ਰਹਿੰਦੇ ਆ, ਮੇਰਾ ਪੋਤਾ ਮੇਰੀ ਪੋਤਰੀ, ਮੇਰਾ ਬੇਟਾ ਵਿਕਰਮਜੀਤ ਸਿੰਘ, ਪੋਤਾ ਉਦੇਵੀਰ ਸਿੰਘ, ਬੇਟੀ ਲਵੰਨਿਆ, ਤੇ ਦੋਤੀ ਮੇਰੀ ਤਕਦੀਰ ਕੌਰ, ਬੇਟੀ ਪੁਰਨੀਤ ਕੌਰ, ਮੇਰਾ ਜਵਾਈ ਕੁਲਵੰਤ ਸਿੰਘ। ਮਤਲਬ ਇੰਨੇ ਵਧੀਆ ਇਨਸਾਨ ਹੈ ਨਾ। ਮੇਰੀ ਬੇਟੀ ਮੇਰਾ ਬਹੁਤ ਧਿਆਨ ਰੱਖਦੀ। ਮੇਰਾ ਬੇਟਾ ਕੈਨੇਡਾ ਤੋਂ 2 ਟਾਈਮ ਫੋਨ ਕਰਦਾ ਮੈਨੂੰ ਤੇ ਪਾਪਾ ਬਾਰੇ ਪੁੱਛਦਾ। ਤੇ ਬੱਚੇ ਮੇਰਾ ਇੰਨਾ ਮਤਲਬ ਉਹ ਕਰਦੇ ਆ ਵੀ ਹਸਬੈਂਡ ਨੇ ਇੰਨਾ ਵਧੀਆ ਉਹਨਾਂ ਨੂੰ ਡਿਸਿਪਲਿਨ ਦੇ ਵਿੱਚ ਰਹਿੰਦੇ ਆ ਬੱਚੇ, ਇੰਨਾ ਵਧੀਆ ਉਹਨਾਂ ਨੂੰ ਸਿਖਾਇਆ ਸਾਰੀਆਂ ਗੱਲਾਂ, ਮਤਲਬ ਕਿਸ ਤਰ੍ਹਾਂ ਦੂਜੇ ਦਾ ਭਲਾ ਕਰਨਾ, ਕਿੱਦਾਂ ਦੇਸ਼ ਦੇ ਲਈ ਆਪਣਾ
ਉਹ ਕਰਨਾ ਵੀ ਵਿਦੇਸ਼ਾਂ 'ਚ ਜਾ ਕੇ ਆਪਣੀ ਮਾਂ ਬੋਲੀ ਨਹੀਂ ਭੁੱਲਣੀ, ਪੰਜਾਬੀ ਤੇ ਆਪਣੇ ਦੇਸ਼ ਨੂੰ ਨਹੀਂ ਭੁੱਲਣਾ। ਹਮੇਸ਼ਾ ਉਹਨਾਂ ਨੇ ਇਹੀ ਉਹਨਾਂ ਨੂੰ ਸਿੱਖਿਆ ਦਿੱਤੀ। ਤੇ ਬਸ ਇਹ ਖੁਸ਼ਨਸੀਬੀ ਹੈ ਕਿ ਜਦੋਂ ਇਹ ਜੇ ਰੂਹ ਦੇ ਰੱਜੇ ਹੋਏ ਤੇ ਖੁਸ਼ਨਸੀਬ ਲੋਕ ਤੁਹਾਡੇ ਨਾਲ ਮਿਲਦੇ ਨੇ ਤਾਂ ਜ਼ਿੰਦਗੀ ਸਫਰ ਜਾਂਦੀ ਹੈ। ਤੇ ਮੈਂ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਸਾਰੀ ਗੱਲਬਾਤ ਲਈ, ਬਹੁਤ ਬਹੁਤ ਧੰਨਵਾਦ ਆਪਣੀ ਕਿਤਾਬਾਂ ਦੀ ਸਾਂਝ ਪਾਉਣ ਦੇ ਲਈ, ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਮਨਜੀਤ ਕੌਰ ਮੀਤ ਜੀ ਉਹਨਾਂ ਦੇ ਨਾਲ, ਜ਼ਿੰਦਗੀ ਦੇ ਤਜਰਬਿਆਂ ਨੂੰ ਅਤੇ ਜ਼ਿੰਦਗੀ ਦੀਆਂ ਕਹਾਣੀਆਂ ਨੂੰ ਉਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ। ਹਰ ਸਮਾਜ ਦੇ ਵਿੱਚ, ਹਰ ਵਰਗ ਦੇ ਵਿੱਚ ਔਰਤ ਦੀ ਜ਼ਿੰਦਗੀ ਦੇ ਕਾਫੀ ਪੱਖ ਅਜਿਹੇ ਨੇ ਜਿਹੜੇ ਸਮਾਜ ਇਹਨਾਂ ਨੂੰ ਅਣਗੌਲਿਆ ਕਰ ਦਿੰਦਾ। ਉਹਨਾਂ ਦੇ ਵਿੱਚੋਂ ਇੱਕ ਪੱਖ ਫੌਜਣ ਦੀ ਜ਼ਿੰਦਗੀ ਦਾ ਵੀ ਆ। ਸੋ ਕਿੱਦਾਂ ਉਹ ਆਪਣੀ ਜ਼ਿੰਦਗੀ ਨੂੰ ਹੰਡਾਉਂਦੇ ਨੇ, ਕਿਸ ਤਰ੍ਹਾਂ ਦੀਆਂ ਮੁਸੀਬਤਾਂ ਝੱਲਣੀਆਂ ਪੈਂਦੀਆਂ ਉਹਨਾਂ ਬਾਰੇ ਆਪਣੀਆਂ ਕਹਾਣੀਆਂ ਦੇ ਵਿੱਚ ਇਸ ਜ਼ਿੰਦਗੀ ਨੂੰ ਦਰਜ ਕੀਤਾ। ਇਸ ਤੋਂ ਇਲਾਵਾ ਹੋਰ ਵੀ ਜੋ ਉਹਨਾਂ ਨੇ ਮਿੰਨੀ ਕਹਾਣੀਆਂ ਲਿਖੀਆਂ ਨੇ ਉਹਦੇ ਵਿੱਚ ਵੀ ਜ਼ਿੰਦਗੀ ਦੇ ਜੋ ਅਣਗੌਲੇ ਪੱਖ ਨੇ ਉਹਨਾਂ ਦੀ ਪੇਸ਼ਕਾਰੀ ਕੀਤੀ ਹੈ। ਕਿਉਂਕਿ ਲੰਮੀਆਂ ਕਹਾਣੀਆਂ ਦੇ ਵਿੱਚ, ਲੰਮੇ ਨਾਵਲਾਂ ਦੇ ਵਿੱਚ ਜ਼ਿੰਦਗੀ ਦੇ ਸਫ਼ਰ ਨੂੰ ਬੜੇ ਆਰਾਮ ਦੇ ਨਾਲ ਬਿਆਨ ਕੀਤਾ ਜਾ ਸਕਦਾ, ਪਰ ਬੜਾ ਔਖਾ ਹੁੰਦਾ ਹੈ ਕਿ ਇਹਨਾਂ ਤਜਰਬਿਆਂ ਨੂੰ, ਇਹਨਾਂ ਗੱਲਾਂ ਨੂੰ, ਇਹਨਾਂ ਵੇਦਨਾ ਸੰਵੇਦਨਾ ਨੂੰ ਅਸੀਂ ਮਿੰਨੀ ਕਹਾਣੀ ਦੇ ਵਿੱਚ ਕੁਝ ਸਤਰਾਂ ਦੇ ਵਿੱਚ ਬੰਨ੍ਹ ਸਕੀਏ। ਸੋ ਬਾ ਕਮਾਲ ਤਰੀਕੇ ਨਾਲ ਉਹਨਾਂ ਦੀ ਪੇਸ਼ਕਾਰੀ ਕੀਤੀ ਹੈ। ਉਹਨਾਂ ਦੀਆਂ ਗੱਲਾਂ ਤੋਂ, ਉਹਨਾਂ ਦੀ ਜ਼ਿੰਦਗੀ ਦੇ ਸਫ਼ਰ ਤੋਂ ਬੜਾ ਕੁਝ ਸਿੱਖਣ ਨੂੰ ਮਿਲਿਆ। ਸੋ ਉਮੀਦ ਕਰਦਾ ਕਿ ਤੁਸੀਂ ਵੀ ਪੂਰੀ ਗੱਲਬਾਤ ਦਾ ਆਨੰਦ ਮਾਣਿਆ ਹੋਵੇਗਾ। ਤੇ ਇਸੇ ਤਰ੍ਹਾਂ ਇੱਕ ਨਵੇਂ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਸਾਹਿਤਕਾਰ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਜਦ ਤੱਕ ਮੈਨੂੰ ਕਰਨਵੀਰ ਸਿੰਘ ਨੂੰ ਦਿਓ ਇਜਾਜ਼ਤ ਹੈ। ਤੁਸੀਂ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।